ਜਜਨ ਭਜਨ ਮਮ ਖਾਲਸਾ ਖਾਲਸਾ ਪੂਜਿ ਜੋੜ। ਦਾਸ ਗੋਬਿੰਦ ਫਤਿਹ ਖਾਲਸਾ ਦਰਸ ਪਰਸ ਮਿਟੇ ਸੋਭ। ਆਤਮ ਰਸ ਜੋ ਜਾਣੇ ਸੋ ਹੈ ਖਾਲਸ ਦੇਵ। ਪ੍ਰਭ ਮੈਂ ਮੋਹ ਮੈਂ ਤਾਸ ਮੈਂ ਰੰਚਕ ਨਾਹਿਨ ਭੇਵ। ਕਹਾਂ ਬੁੱਧ ਪ੍ਰਭ ਤੁਛ ਹਮਾਰੀ ਵਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ। ਦੋਹਰਾ ਸਭ ਸਿੰਘਨ ਕੋ ਸੰਗ ਲੈ ਉਦੈ ਸਿੰਘ ਬਲ ਸੂਰ। ਗੁਰੂ ਨਿਕਟ ਪਦ ਪਾਏ ਬਡ ਜਗ ਮਹਿ ਜਸ ਭਰਪੂਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਿਵਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਚਰਨਾਂ ਦੇ ਵਿੱਚ ਸੰਧਿਆ ਦੇ ਦੀਵਾਨਾਂ ਦੀ ਹਾਜ਼ਰੀ ਭਰ ਰਹੀ ਗੁਰੂ ਰੂਪ ਸਾਧ ਸੰਗਤ ਜੀ, ਆਪ ਜੀ ਨੇ ਪਿਛਲੇ ਪ੍ਰਕਰਣ ਵਿੱਚ ਸਰਵਣ ਕੀਤਾ ਹੈ। 6 ਔਰ 7 ਪੋਹ ਦੀ ਰਾਤ ਨੂੰ ਗੁਰੂ ਜੀ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ। ਜਦੋਂ ਸ਼ਾਹੀ ਟਿੱਬੀ ਦੇ ਨੇੜੇ ਪਹੁੰਚੇ ਤਾਂ ਤੁਰਕਾਂ ਨੇ ਹਮਲਾ ਕਰ ਦਿੱਤਾ। ਅਜੇ ਕੀਰਤਪੁਰ ਸਾਹਿਬ ਟੱਪੇ ਹੀ ਸਨ ਕਿ ਦੁਸ਼ਮਣ ਦਾ ਹਮਲਾ ਹੋ ਗਿਆ, ਜਿਹਦੇ ਕਰਕੇ ਬਹੁਤ ਸਾਰਾ ਨੁਕਸਾਨ ਹੋਣਾ ਸ਼ੁਰੂ ਹੋਇਆ। ਸਾਹਿਬ ਬਾਬਾ ਅਜੀਤ ਸਿੰਘ ਜੀ ਨੇ ਪਹਿਲਾਂ ਦੁਸ਼ਮਣ ਦਾ ਹੱਲਾ ਰੋਕਿਆ, ਫਿਰ ਭਾਈ ਉਦੈ ਸਿੰਘ ਜੀ ਨੂੰ ਮਹਾਰਾਜ 10ਵੇਂ ਪਾਤਸ਼ਾਹ ਜੀ ਨੇ ਜੰਗ ਵਿੱਚ ਭੇਜ ਦਿੱਤਾ। ਭਾਈ ਉਦੈ ਸਿੰਘ 50 ਸਿੰਘਾਂ ਦਾ ਜਥਾ ਲੈ ਕੇ 10 ਲੱਖ ਵੈਰੀ ਦਾ ਮੁਕਾਬਲਾ ਕਰਦੇ ਹੋਏ ਲਗਭਗ 4.5 ਘੰਟੇ ਬੜਾ ਘਮਸਾਨ ਦਾ ਯੁੱਧ ਕਰਕੇ ਸ਼ਾਹੀ ਟਿੱਬੀ ਤੇ ਸ਼ਹੀਦ ਹੋਏ ਹਨ। ਬਾਬਾ ਜੀਵਨ ਸਿੰਘ ਜੀ ਰੰਗਰੇਟੇ, ਉਹ ਵੀ ਪਿੱਛੇ ਪਿੱਛੇ ਗੁਰੂ ਸਾਹਿਬ ਨੇ ਭੇਜ ਦਿੱਤੇ ਸਨ। ਉਹ ਵੈਰੀ ਦਲ ਨੂੰ ਲੈ ਕਰਕੇ ਸਰਸਾ ਨਦੀ ਦੇ ਕੰਢੇ ਤੱਕ ਹੀ ਪਹੁੰਚੇ ਹਨ। ਉਹਨਾਂ ਨੇ ਵੀ ਬੜੀ ਬਹਾਦਰੀ ਨਾਲ, ਸੂਰਬੀਰਤਾ ਦੇ ਨਾਲ ਲੱਖਾਂ ਵੈਰੀਆਂ ਦਾ ਮੁਕਾਬਲਾ ਕੀਤਾ ਹੈ। ਫਿਰ ਸਾਧ ਸੰਗਤ ਜੀ, ਉਹਨਾਂ ਦੀ ਵੀ ਸ਼ਹੀਦੀ ਕਿਸ ਤਰ੍ਹਾਂ ਹੋਈ ਤੇ ਸਾਹਿਬ ਬਾਬਾ ਅਜੀਤ ਸਿੰਘ ਜੀ ਨੇ ਇਹ ਸ਼ਹੀਦੀਆਂ ਦੀ ਖਬਰ 10ਵੇਂ ਪਾਤਸ਼ਾਹ ਨੂੰ ਕਿਵੇਂ ਸੁਣਾਈ, ਉਹ ਕਥਾ ਕਵੀ ਰਾਜ ਮਹਾਕਵੀ ਭਾਈ ਸੰਤੋਖ ਸਿੰਘ ਸਾਹਿਬ ਜੀ ਆਪਣੀ ਕਲਮ ਨਾਲ ਬਿਆਨ ਕਰ ਰਹੇ ਨੇ। ਆਓ ਆਪਣੀਆਂ ਮਨ ਬਿਰਤੀਆਂ ਨੂੰ 6-7 ਪੋਹ ਦੀ ਰਾਤ ਸੰਮਤ ਸੰਨ 1704 ਦੇ ਵਿੱਚ 1761 ਬਿਕਰਮੀ ਮਹਾਰਾਜ ਸੱਚੇ ਪਾਤਸ਼ਾਹ ਕਲਗੀਧਰ ਜੀ ਸਰਸਾ ਨਦੀ ਦੇ ਕੰਢੇ ਤੇ ਔਰ ਸਰਸਾ ਤੋਂ ਰੋਪੜ ਤੱਕ ਕਿਵੇਂ ਪਹੁੰਚੇ ਹਨ, ਉਹ ਕਥਾ ਅੱਜ ਸਰਵਣ ਕਰੀਏ। ਪਿਆਰ ਨਾਲ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸਭ ਸਿੰਘਨ ਕੋ ਸੰਗ ਲੈ ਉਦੈ ਸਿੰਘ ਬਲ ਸੂਰ। ਮਹਾਬਲੀ ਮਹਾਸੂਰਬੀਰ ਯੋਧੇ ਭਾਈ ਸਾਹਿਬ ਭਾਈ ਉਦੈ ਸਿੰਘ ਜੀ ਜਰਨੈਲ ਸਾਰੀ ਸਿੰਘਾਂ ਦੀ ਫੌਜ ਲੈ ਕੇ ਜੋ ਵੈਰੀ ਨਾਲ ਯੁੱਧ ਕਰ ਰਹੇ ਸਨ, ਲਗਭਗ 50 ਸਿੰਘ ਉਹਨਾਂ ਦੇ ਨਾਲ ਸਨ। ਉਹਨਾਂ 50 ਸਿੰਘਾਂ ਸਮੇਤ ਆਪ ਜੀ ਨੇ ਰਾਜਿਆਂ ਦੀ ਫੌਜ, ਸੂਬਿਆਂ ਦੀ ਫੌਜ, ਔਰੰਗਜ਼ੇਬ ਦੀ ਫੌਜ ਨੂੰ ਠੱਲ ਪਾ ਲਈ ਸੀ। ਗੁਰੂ ਨਿਕਟ ਪਦ ਪਾਏ ਬਡ ਜਗ ਮਹਿ ਜਸ ਭਰਪੂਰ। ਔਰ ਬੜੀ ਬਹਾਦਰੀ ਨਾਲ ਲੜਦੇ ਹੋਏ ਸ਼ਹੀਦੀ ਪ੍ਰਾਪਤ ਕਰ ਗਏ। ਜਰਨੈਲ ਉਦੈ ਸਿੰਘ ਜੀ ਦੀ ਸ਼ਹੀਦੀ ਦੇ ਨਾਲ ਦੁਸ਼ਮਣ ਦਲ ਦਾ ਜਿਹੜਾ ਇੱਕ ਵਾਰੀ ਰਸਤਾ ਰੁਕਿਆ ਸੀ, ਉਹ ਖਾਲੀ ਹੋ ਗਿਆ। ਦੁਸ਼ਮਣ ਅੱਗੇ ਵਧਿਆ। ਭਾਈ ਸਾਹਿਬ ਜੀ ਕਹਿੰਦੇ ਭਾਈ ਉਦੈ ਸਿੰਘ ਜੀ ਗੁਰੂ ਚਰਨਾਂ ਦੇ ਵਿੱਚ ਸੱਚਖੰਡ ਦੇ ਵਿੱਚ ਪਰਮ ਪਦਵੀ ਪ੍ਰਾਪਤ ਕਰ ਗਏ ਹਨ। ਭੁਜੰਗ ਪ੍ਰਿਆਤ ਛੰਦ ਸਭੈ ਸਿੰਘ ਸੂਰਜ ਬੈ ਮਾਰ ਲੀਨੇ। ਜਦੋਂ ਇਹਨਾਂ ਸਾਰਿਆਂ ਸਿੰਘਾਂ ਨੂੰ, ਭਾਈ ਉਦੈ ਸਿੰਘ ਜੀ ਦੇ ਸਾਥੀਆਂ ਨੂੰ ਤੇ ਉਦੈ ਸਿੰਘ ਜੀ ਨੂੰ ਤੁਰਕਾਂ ਨੇ ਮਾਰ ਲਿਆ। ਪਹਾੜੀ ਮਲੇਛੈ ਬਲੋ ਕੈ ਸੋਚੀਨੇ। ਪਹਾੜੀ ਰਾਜੇ, ਪਹਾੜੀ ਫੌਜ ਅਤੇ ਉਹਨਾਂ ਦੇ ਸਾਥੀ ਬੜੇ ਖੁਸ਼ ਹੋਏ। ਮਹਾਮੋਦ ਤਾਰਿਓ ਗੁਰੂ ਮਾਰ ਲੀਨੋ। ਪਹਾੜੀਏ ਤੇ ਤੁਰਕ ਖੁਸ਼ ਹੋਏ ਨੇ ਵੀ ਅਸੀਂ ਗੁਰੂ ਗੋਬਿੰਦ ਸਿੰਘ ਨੂੰ ਮਾਰ ਲਿਆ ਹੈ।
ਉਹਨਾਂ ਨੂੰ ਇਹੀ ਭੁਲੇਖਾ ਪੈ ਰਿਹਾ ਸੀ ਵੀ ਇਹ ਜਿਹੜਾ ਇੰਨੇ ਸਮੇਂ ਤੋਂ ਲੜੀ ਜਾ ਰਿਹਾ ਹੈ, ਇੰਨੇ ਤਿੱਖੇ ਤੀਰ ਚਲਾਉਂਦਾ, ਇਤਨੀ ਫੁਰਤੀ ਨਾਲ ਲੜਦਾ ਹੈ, ਗੁਰੂ ਗੋਬਿੰਦ ਸਿੰਘ ਹੀ ਹੈ। ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਇਹ ਜਰਨੈਲ ਭਾਈ ਉਦੈ ਸਿੰਘ ਹਨ। ਭਾਈ ਉਦੈ ਸਿੰਘ ਜੀ ਦੀ ਯੁੱਧ ਕਲਾ ਨੂੰ ਦੇਖ ਕੇ ਭੁਲੇਖਾ ਪੈਂਦਾ ਸੀ ਵੀ ਕਲਗੀਧਰ ਆਪ ਲੜ ਰਹੇ ਹਨ। ਜਦੋਂ ਉਦੈ ਸਿੰਘ ਜੀ ਸ਼ਹੀਦ ਹੋ ਗਏ ਤੇ ਕਹਿੰਦੇ ਪਹਾੜੀਆਂ ਨੂੰ, ਤੁਰਕਾਂ ਨੂੰ ਇਹ ਭੁਲੇਖਾ ਪਿਆ ਵੀ ਗੁਰੂ ਗੋਬਿੰਦ ਸਿੰਘ ਮਾਰਿਆ ਗਿਆ ਹੈ। ਫਤਿਹ ਅੱਜ ਹੋਈ ਨਹੀਂ ਜਾਣ ਦੀਨੋ। ਬੜੇ ਖੁਸ਼ ਹੋਏ, ਕਹਿੰਦੇ ਅੱਜ ਫਤਿਹ ਹੋ ਗਈ। ਜਾਣ ਨਹੀਂ ਦਿੱਤਾ, ਕਹਿੰਦੇ ਜੇ ਨਿਕਲ ਕੇ ਚਲਾ ਜਾਂਦਾ ਤੇ ਫਿਰ ਇਹਨੇ ਸਾਡੀ ਨੱਕ 'ਚ ਦਮ ਕਰ ਛੱਡਣਾ ਸੀ। ਚੰਗਾ ਹੋਇਆ ਮਾਰਿਆ ਗਿਆ ਹੈ। ਜਿਸੀ ਨੇ ਪਹਾੜੀ ਕਨੇਰੇ ਥਪਾਏ। ਪਹਾੜੀ ਰਾਜੇ ਤੇ ਪਹਾੜੀ ਜਰਨੈਲ, ਪਹਾੜੀ ਫੌਜਾਂ ਆਪਸ 'ਚ ਗੱਲਾਂ ਕਰਦੀਆਂ, ਮਨ 'ਚ ਸੋਚਦੇ ਐ ਜਿਸ ਗੁਰੂ ਗੋਬਿੰਦ ਸਿੰਘ ਨੇ ਸਾਡੇ ਹਜ਼ਾਰਾਂ ਬੰਦੇ ਖਪਾ ਦਿੱਤੇ ਸਨ, ਹਜ਼ਾਰਾਂ ਪਹਾੜੀਏ ਮਾਰ ਦਿੱਤੇ ਜੰਗਾਂ ਯੁੱਧਾਂ ਵਿੱਚ। ਚਰਮਕਾਲ ਬੀਤਾ ਮਹਾ ਜੰਗ ਪਾਏ। ਲਗਭਗ 30 ਸਾਲ ਹੋ ਗਏ, ਇਹ ਬੰਦਾ ਸਾਡੇ ਕਾਬੂ ਨਹੀਂ ਆਇਆ। ਇੰਨੇ ਜੰਗ ਯੁੱਧ ਹੁੰਦੇ ਰਹੇ, ਇਹ ਗੁਰੂ ਗੋਬਿੰਦ ਸਿੰਘ ਸਾਡੇ ਕਾਬੂ ਤੇ ਨਹੀਂ ਆਇਆ, ਬਲਕਿ ਸਾਨੂੰ ਨੱਕੀ ਚਣੇ ਚਬਾਉਂਦਾ ਰਿਹਾ ਹੈ। ਕਨੀ ਸ਼ਾਹ ਕੀ ਸੈਨ ਜੂਦਤ ਮਾਰੀ। ਇਸ ਗੁਰੂ ਗੋਬਿੰਦ ਸਿੰਘ ਨੇ ਸਾਡੀ ਹੀ ਨਹੀਂ, ਬਾਦਸ਼ਾਹ ਔਰੰਗਜ਼ੇਬ ਦੀਆਂ ਫੌਜਾਂ ਦਾ ਵੀ ਬੜਾ ਭਾਰੀ ਨੁਕਸਾਨ ਕੀਤਾ ਹੈ। ਕਿਤੇ ਮਾਸ ਬੀਤੇ ਦਊ ਖੇਦ ਪਾਰੀ। ਔਰ ਕਈ ਮਹੀਨੇ ਹੋ ਗਏ ਘੇਰਾ ਪਾ ਕੇ ਅਸੀਂ ਬੈਠੇ ਹਾਂ, ਸਾਨੂੰ ਬੜੀ ਮੁਸੀਬਤ 'ਚ ਪਾਈ ਰੱਖਿਆ ਹੈ। 7 ਮਹੀਨੇ ਦਾ ਘੇਰਾ ਅੱਜ ਮੁੱਕਿਆ ਹੈ। ਨਹੀਂ ਖੇਤ ਤੇ ਹਾਰ ਲੈ ਕੇ ਪਦਾਰੇ। ਸ਼ੁਕਰ ਖੁਦਾ ਦਾ, ਸ਼ੁਕਰ ਠਾਕੁਰ ਦਾ ਕਿ ਅਸੀਂ ਹਾਰ ਕੇ ਤਾਂ ਨਹੀਂ ਚੱਲੇ, ਅਸੀਂ ਜਿੱਤ ਕੇ ਜਾ ਰਹੇ ਹਾਂ। ਜੇ ਕਿਸੇ ਹਾਰ ਕੇ ਚਲੇ ਜਾਂਦੇ, ਬਾਦਸ਼ਾਹ ਨੇ ਕਹਿਣਾ ਸੀ ਤੁਹਾਡੇ ਕੋਲ ਇੱਕ ਗੁਰੂ ਨਹੀਂ ਫੜਿਆ ਗਿਆ, ਹੋਰ ਤੁਸੀਂ ਕੀ ਕਰੋਗੇ। ਵੱਡੇ ਕੇਸਰੀ ਚੰਦ ਤੇ ਆਦ ਮਾਰੇ। ਇਹ ਉਹ ਗੁਰੂ ਗੋਬਿੰਦ ਸਿੰਘ ਹੈ ਜਿਸ ਨੇ ਬੜੇ ਬੜੇ ਸੂਰਬੀਰ ਰਾਜਾ ਕੇਸਰੀ ਚੰਦ ਵਰਗੇ ਮਰਵਾ ਛੱਡੇ। ਜਦੋਂ ਕੇਸਰੀ ਚੰਦ ਭੀਮ ਚੰਦ ਦਾ ਸਾਲਾ 1,56,000 ਫੌਜ ਲੈ ਕੇ ਮਸਤ ਹਾਥੀ ਨੂੰ ਸ਼ਰਾਬ ਪਿਆ ਕੇ ਕਿਲਾ ਲੋਹਗੜ੍ਹ ਨੂੰ ਤੋੜਨ ਲਈ ਆਇਆ ਸੀ, ਤੇ ਉਦੈ ਸਿੰਘ ਜਰਨੈਲ ਹੀ ਕੇਸਰੀ ਚੰਦ ਦਾ ਸਿਰ ਵੱਢ ਕੇ ਬਰਛੇ ਤੇ ਟੰਗ ਕੇ ਗੁਰੂ ਸਾਹਿਬ ਦੇ ਚਰਨਾਂ 'ਚ ਲੈ ਕੇ ਹਾਜ਼ਰ ਹੋਇਆ ਸੀ। ਰਾਜੇ ਕੇਸਰੀ ਚੰਦ ਨੇ ਸਹੁੰ ਪਾਈ ਸੀ ਕਿ ਅੱਜ ਮੈਂ ਗੁਰੂ ਗੋਬਿੰਦ ਸਿੰਘ ਦਾ ਸਿਰ ਵੱਢ ਕੇ ਲਿਆਵਾਂਗਾ, ਕਿਲਾ ਤੋੜਾਂਗਾ। ਮਹਾਰਾਜ ਨੇ ਦੋਵਾਂ ਭਾਈਆਂ ਨੂੰ ਤਿਆਰ ਕੀਤਾ ਸੀ, ਭਾਈ ਉਦੈ ਸਿੰਘ, ਭਾਈ ਬਚਿੱਤਰ ਸਿੰਘ। ਬਚਿੱਤਰ ਸਿੰਘ ਨੇ ਹਾਥੀ ਦਾ ਮੁਕਾਬਲਾ ਕੀਤਾ ਤੇ ਉਦੈ ਸਿੰਘ ਰਾਜੇ ਕੇਸਰੀ ਚੰਦ ਦਾ ਸਿਰ ਵੱਢ ਕੇ ਲਿਆਇਆ। ਉਹ ਤਾਂ ਕਲਗੀਧਰ ਦਾ ਸਿਰ ਵੱਢਣ ਆਇਆ ਸੀ, ਉਹਦਾ ਹੀ ਸਿਰ ਸਿੰਘ ਲੈ ਆਏ ਤੇ ਮਹਾਰਾਜ ਦੇ ਚਰਨਾਂ 'ਚ ਸੁੱਟਿਆ। ਕਹਿੰਦੇ ਇਹ ਉਹ ਗੁਰੂ ਗੋਬਿੰਦ ਸਿੰਘ ਹੈ ਜਿਹਨੇ ਕੇਸਰੀ ਚੰਦ ਵਰਗੇ ਸੂਰਮੇ ਰਾਜੇ ਸਾਡੇ ਮਾਰ ਦਿੱਤੇ ਸਨ। ਬੜੋ ਵੀਰ ਥੋ ਖੈਂਡ ਖਾਨੰ ਬੇਦਾਰਾ। ਬੜਾ ਯੋਧਾ ਸੀ ਪੈਂਦੇ ਖਾਨ, ਪੈਂਡੇ ਖਾਨ। ਇੱਕ ਪੈਂਦੇ ਖਾਨ ਹੋਇਆ, ਇੱਕ ਪੈਂਡੇ ਖਾਨ ਹੋਇਆ। ਪੈਂਦੇ ਖਾਨ 6ਵੇਂ ਪਾਤਸ਼ਾਹ ਦੇ ਸਮੇਂ ਹੋਇਆ ਤੇ ਪੈਂਡੇ ਖਾਨ ਗੁਰੂ ਕਲਗੀਧਰ ਨਾਲ ਯੁੱਧ ਕਰਨ ਆਇਆ ਸੀ। 10ਵੇਂ ਪਾਤਸ਼ਾਹ ਨੇ ਪੈਂਡੇ ਖਾਨ ਨੂੰ ਇੱਕੋ ਤੀਰ ਨਾਲ ਪਾਰ ਬੁਲਾ ਦਿੱਤਾ ਸੀ। ਮਹਾ ਓਜ ਤੇ ਤਾਹੇ ਕੋ ਅੱਜ ਮਾਰਾ। ਜਿਸ ਗੁਰੂ ਗੋਬਿੰਦ ਸਿੰਘ ਨੇ ਰਾਜਾ ਕੇਸਰੀ ਚੰਦ ਅਤੇ ਪੈਂਡੇ ਖਾਨ ਵਰਗੇ ਯੋਧੇ ਮਾਰ ਦਿੱਤੇ, ਹਜ਼ਾਰਾਂ ਫੌਜਾਂ ਸਾਡੀਆਂ ਖਪਾ ਦਿੱਤੀਆਂ, ਅੱਜ ਉਹ ਗੁਰੂ ਗੋਬਿੰਦ ਸਿੰਘ ਮਾਰਿਆ ਗਿਆ। ਅਸੀਂ ਰਾਜੇ ਕੇਸਰੀ ਚੰਦ ਦਾ ਤੇ ਪੈਂਡੇ ਖਾਨ ਵਰਗੇ ਹਜ਼ਾਰਾਂ ਯੋਧਿਆਂ ਦਾ ਬਦਲਾ ਲੈ ਲਿਆ ਹੈ। ਵੱਡੀ ਦੂਨ ਸੈਲਾਨ ਕੇ ਸੈਲ ਜੋਗਾ। ਦੇਖੋ ਜਿਹੜੀ ਸਾਡੇ ਪਹਾੜ ਦੀ 22 ਧਾਰ ਦੀ ਦੂਨ ਹੈ, ਜੰਮੂ ਕਸ਼ਮੀਰ ਤੋਂ ਲੈ ਕੇ ਇੱਧਰ ਹੇਮਕੁੰਡ ਸਾਹਿਬ ਤੱਕ, ਸਾਧ ਸੰਗਤ ਜੀ, ਇਹ ਪਹਾੜੀ 22 ਧਾਰ ਦੀਆਂ ਵੱਡੀਆਂ ਰਿਆਸਤਾਂ ਇਹ ਗੁਰੂ ਗੋਬਿੰਦ ਸਿੰਘ ਤੋਂ ਥਰ ਥਰ ਕੰਬਦੀਆਂ ਸਨ। ਜਿਹੜਾ ਗੁਰੂ ਇਹਨਾਂ ਦੂਣਾਂ ਦੇ ਵਿੱਚ ਨਗਾਰੇ ਵਜਾਉਂਦਾ ਸੀਗਾ, ਜਿਹੜਾ ਸਾਡੇ ਇਲਾਕੇ 'ਚ ਸ਼ਿਕਾਰ ਖੇਡ ਕੇ ਸਾਡੀ ਧੌਣ ਦੇ ਉੱਤੇ ਗੋਡਾ ਧਰ ਕੇ ਲੈ ਜਾਂਦਾ ਸੀਗਾ, ਉਹ ਗੁਰੂ ਗੋਬਿੰਦ ਸਿੰਘ ਅੱਜ ਮਾਰਿਆ ਗਿਆ ਹੈ। ਉਜਾਰੀ ਪ੍ਰਹਾਰੇ ਜੋਥੇ ਵੀਰ ਲੋਗਾ। ਜਿਹੜੇ ਪਹਾੜ ਦੇ ਇਲਾਕਿਆਂ ਨੂੰ ਉਜਾੜਦਾ ਫਿਰਦਾ ਸੀ, ਕਦੀ ਸਾਡੇ ਇਲਾਕੇ 'ਚੋਂ ਸ਼ਿਕਾਰ ਮਾਰ ਕੇ ਲੈ ਜਾਂਦਾ ਸੀ, ਕਦੀ ਸਾਡੇ ਇਲਾਕੇ ਵਿੱਚੋਂ ਘਾਹ ਪੱਠਾ ਵੱਢ ਕੇ ਲੈ ਜਾਂਦਾ ਸੀ, ਕਦੀ ਸਾਡੀਆਂ ਫਸਲਾਂ ਤਬਾਹ ਕਰ ਦਿੰਦਾ ਸੀ, ਕਦੀ ਸਾਡਾ ਬਾਲਣ ਲੱਕੜੀ ਵੱਢ ਕੇ ਲੈ ਜਾਂਦਾ ਸੀ। ਤੇ ਅੱਜ ਉਹ ਗੁਰੂ ਗੋਬਿੰਦ ਸਿੰਘ ਨੂੰ ਅਸੀਂ ਕਾਬੂ ਕਰ ਲਿਆ ਹੈ। ਕਨੇ ਦੇਸ਼ ਦੇਸ਼ੰ ਜਸੰ ਜਾਹੇ ਗਾਵੈ। ਇਹ ਉਹ ਗੁਰੂ ਗੋਬਿੰਦ ਸਿੰਘ ਜੀ ਜਿਹੜਾ ਸਾਰੀ ਦੁਨੀਆ ਦੇ ਵਿੱਚ ਦੇਸ਼ਾਂ ਪ੍ਰਦੇਸ਼ਾਂ 'ਚ ਲੋਕ ਜਸ ਗਾਉਂਦੇ ਸਨ।
ਕੋਈ ਗੁਰੂ ਸਮਝ ਕੇ ਤੇ ਕੋਈ ਉਹਨੂੰ ਬਹਾਦਰ ਯੋਧਾ ਸਮਝ ਕੇ ਉਹਦੀ ਤਾਰੀਫ ਕਰਦੇ ਸਨ। ਤਰੈ ਤਰਸ ਜੋਧੇ ਨਹੀਂ ਨੇਰ ਜਾਵੈ। ਇਹੋ ਜਿਹਾ ਵੱਡਾ ਵੱਡਾ ਉਹ ਸੂਰਮਾ ਸੀ ਕਿ ਦਿੱਲੀ ਦੇ ਬਾਦਸ਼ਾਹ ਦੀ ਸਭਾ ਦੇ ਯੋਧੇ ਉਹਦੇ ਨੇੜੇ ਜਾਣ ਤੋਂ ਡਰਦੇ ਸਨ, ਕੰਬਦੇ ਸਨ। ਕੋਈ ਸੂਰਮਾ ਤੇਗ ਖੜੀ ਲੈ ਕੇ ਤੇਗ ਉਠਾ ਕੇ ਨਹੀਂ ਸੀ ਆਉਂਦਾ ਵੀ ਗੁਰੂ ਗੋਬਿੰਦ ਸਿੰਘ ਨਾਲ ਯੁੱਧ ਕਰਾਂਗੇ। ਡਰਦੇ ਸਨ ਸਾਰੇ ਯੋਧੇ ਜਿਹਦੇ ਨਾਮ ਤੋਂ। ਲੜੰਤੇ ਚਾਹੋ ਜੋ ਸਦਾ ਜੀਤ ਲੇਤਾ। ਜਿਸ ਨਾਲ ਜਦੋਂ ਵੀ ਲੜਾਈ ਕਰੀਦੀ ਸੀ ਇਹ ਜਿੱਤ ਜਾਂਦਾ ਸੀ। ਸਾਧ ਸੰਗਤ ਦੀ ਪਹਾੜੀ ਰਾਜੇ ਪੂਰਾ ਜ਼ੋਰ ਲਾ ਲਾ ਕੇ ਕਈ ਵਾਰੀ ਆਏ। ਭਗਾਣੀ ਤੋਂ ਜੰਗ ਸ਼ੁਰੂ ਹੋਇਆ ਤੇ ਫਿਰ ਨਦੌਣ ਤੇ ਫਿਰ ਹੋਰ ਬੜੀਆਂ ਬੜੀਆਂ ਲੜਾਈਆਂ। ਹਰ ਲੜਾਈ 'ਚ ਪਹਾੜੀਆਂ ਦੀ ਹਾਰ ਹੋ ਜਾਂਦੀ ਸੀ ਤੇ ਗੁਰੂ ਕਲਗੀਧਰ ਪਾਤਸ਼ਾਹ ਜਿੱਤ ਜਾਂਦੇ ਸਨ। ਰਾਜਾ ਆਲਮ ਚੰਦ ਤੇ ਬਲੀਆ ਚੰਦ ਫੌਜਾਂ ਲੈ ਕੇ ਆਏ ਸਨ। ਰਸਤੇ 'ਚ ਸਿੰਘਾਂ ਨਾਲ ਟੱਕਰ ਹੋ ਗਈ, ਸ਼ਿਕਾਰ ਖੇਡਣ ਗਿਆ। ਭਾਈ ਆਲਮ ਸਿੰਘ ਜੀ ਗੁਰੂ ਸਾਹਿਬ ਦੇ ਗੜਵਈ ਰਾਜੇ ਆਲਮ ਚੰਦ ਦੀ ਬਾਂਹ ਵੱਢ ਕੇ ਲੈ ਆਏ, ਸਣੇ ਤਲਵਾਰ ਦੇ ਮੁੱਠੇ ਤੇ ਬਾਂਹ ਹੀ ਝਟਕਾ ਦਿੱਤੀ, ਹੱਥੋਂ ਹੀ ਸਾਫ਼ ਕਰ ਦਿੱਤੀ। ਇਹੋ ਜਿਹੇ ਯੋਧੇ ਸਿੰਘ ਸਨ ਜਿਨ੍ਹਾਂ ਨੇ ਪਹਾੜ ਦੇ ਰਾਜਿਆਂ ਦੇ ਨੱਕ 'ਚ ਦਮ ਕਰਕੇ ਰੱਖਿਆ ਹੋਇਆ ਸੀਗਾ। ਅੱਜ ਗੁਰੂ ਗੋਬਿੰਦ ਸਿੰਘ ਮਾਰਿਆ ਗਿਆ, ਸ਼ੁਕਰ ਹੈ ਕਹਿੰਦੇ। ਹਾਂਜੀ, ਅਰੇ ਲੱਖ ਬੈਰੀ ਨਹੀਂ ਪੀਟ ਦਿੱਤਾ। ਫਿਰ ਜਿੱਦ ਢੀਠ ਇੰਨਾ ਸੀਗਾ, ਲੱਖਾਂ ਵੈਰੀਆਂ ਦੇ ਸਾਹਮਣੇ ਪਿੱਠ ਦੇ ਕੇ ਨਹੀਂ ਸੀ ਭੱਜਦਾ। ਉਹ ਗੁਰੂ ਗੋਬਿੰਦ ਸਿੰਘ ਜਿਹੜਾ ਲੱਖਾਂ ਤੋਂ ਨਹੀਂ ਸੀ ਡਰਦਾ, ਉਹ ਗੁਰੂ ਗੋਬਿੰਦ ਸਿੰਘ ਜਿਹੜਾ ਲੱਖਾਂ ਨਾਲ ਇਕੱਲਾ ਲੜਨ ਨੂੰ ਤਿਆਰ ਹੋ ਜਾਂਦਾ ਸੀ। ਪਿੱਠ ਦੇ ਕੇ ਰਣ ਵਿੱਚੋਂ ਕਦੀ ਭੱਜਿਆ ਨਹੀਂ ਸੀ, ਕਦੀ ਕਿਸੇ ਲੜਾਈ 'ਚ ਹਾਰਿਆ ਨਹੀਂ ਸੀ, ਕਦੀ ਉਹ ਮੈਦਾਨ ਛੱਡ ਕੇ ਦੌੜਿਆ ਨਹੀਂ ਸੀ। ਅੱਜ ਅਸੀਂ ਮਾਰ ਲਿਆ ਹੈ। ਸਭੈ ਹਿੰਦੂ ਵਾਨਾ ਗੁਰੂ ਜਾਨ ਮਾਨੈ। ਜਿਸ ਨੂੰ ਕੁੱਲ ਹਿੰਦੁਸਤਾਨ ਦੇ ਹਿੰਦੂ ਗੁਰੂ ਕਰਕੇ ਪੂਜਦੇ ਸਨ। ਮਰਿਓ ਅੱਜ ਸੌ ਕਨੇ ਵੀਰ ਹਾਨੈ। ਉਹ ਹਿੰਦੂਆਂ ਦਾ ਪੀਰ ਅਜ ਮਰ ਗਿਆ ਹੈ। ਸ਼ੁਕਰ ਹੈ ਖੁਦਾ ਦਾ। ਇਹ ਪਹਾੜੀ ਰਾਜੇ ਵੀ ਸ਼ੁਕਰ ਕਰਦੇ ਨੇ ਤੇ ਸਾਧ ਸੰਗਤ ਦੀ ਤੁਰਕ ਵੀ ਉਹ ਕਹਿੰਦੇ ਆ ਅੱਲਾ ਦਾ ਸ਼ੁਕਰ ਹੈ ਮਾਰਿਆ ਗਿਆ। ਹਾਂਜੀ, ਪਿਓ ਜੰਗ ਕੋ ਅੰਤ ਹੋ ਤੋ ਹਮੇਸ਼ਾ। ਹਾਂ, ਕਹਿੰਦੇ ਜਿਹੜੀ ਲੜਾਈ ਕਈ ਸਾਲਾਂ ਦੀ ਚੱਲੀ ਆ ਰਹੀ ਸੀ, 20-25 ਸਾਲ ਤੋਂ ਜਿਹੜਾ ਰੋਜ਼ ਦਾ ਦੁੱਖ ਚੱਲੀ ਜਾਂਦੇ ਸੀ ਅਸੀਂ, ਉਹ ਅੰਤ ਹੋ ਗਿਆ। ਗੁਰੂ ਗੋਬਿੰਦ ਸਿੰਘ ਦੀ ਮੌਤ ਨਾਲ ਸਮਝੋ ਇਹ ਲੜਾਈ ਸਦਾ ਲਈ ਮੁੱਕ ਗਈ ਹੈ। ਰਹੇ ਜੀਵ ਤੋ ਭੇੜ ਪਾਵੈ ਵਸ਼ੇਸ਼ਾ। ਜੇ ਅੱਜ ਵੀ ਜਿਉਂਦਾ ਰਹਿੰਦਾ ਨਾ, ਜੇ ਅੱਜ ਬਚ ਜਾਂਦਾ, ਸਾਡੇ ਤੋਂ ਨਿਕਲ ਜਾਂਦਾ, ਤੇ ਫਿਰ ਇਹਨੇ ਸਾਡੇ ਤੇ ਬਹੁਤ ਕਹਿਰ ਗੁਜ਼ਾਰਨਾ ਸੀ। ਇਹ ਬਹੁਤ ਲੜਾਕਾ ਗੁਰੂ ਸੀ, ਇਹ ਮੁਰੈਲਾ ਗੁਰੂ ਸੀ। ਸਾਧ ਸੰਗਤ ਜੀ, ਉਦੋਂ ਇੱਕ ਅਖਬਾਰ ਛਪਿਆ ਕਰਦੀ ਸੀ ਮੁਸਲਮਾਨਾਂ ਦੇ ਰਾਜ ਵਿੱਚ। ਉਹਦਾ ਨਾਮ ਹੈ ਅਖਬਾਰ ਦਰਬਾਰੇ ਮੁਹੱਲਾ। ਉਹਦਾ ਮਤਲਬ ਹੈ ਵੀ ਦਰਬਾਰ ਦੇ ਮੁਆਮਲਿਆਂ ਦੀ ਅਖਬਾਰ। ਮਸੀਂ ਉਸ ਅਖਬਾਰ ਦੀਆਂ 150 ਕਾਪੀਆਂ ਛਪਦੀਆਂ ਸਨ, ਹੱਥ ਨਾਲ ਲਿਖ ਕੇ ਉਹ ਅਖਬਾਰ ਭੇਜੀ ਜਾਂਦੀ ਸੀ ਵੱਡੇ ਵੱਡੇ ਅਫਸਰਾਂ ਕੋਲ, ਸੂਬੇਦਾਰਾਂ ਕੋਲ, ਸਰਕਾਰ ਦੇ ਹਿੰਦੁਸਤਾਨ ਦੀਆਂ ਖਬਰਾਂ। ਉਹਨਾਂ ਵਿੱਚ ਗੁਰੂ ਗੋਬਿੰਦ ਸਿੰਘ ਨਾਲ ਲੜਾਈਆਂ ਦਾ ਵੀ ਜ਼ਿਕਰ ਆਉਂਦਾ ਹੈ ਤੇ ਉਹਦੇ ਵਿੱਚ ਗੁਰੂ ਸਾਹਿਬ ਜੀ ਬਾਰੇ ਸ਼ਬਦ ਆਉਂਦਾ ਹੈ ਮੁਰੈਲਾ ਗੁਰੂ। ਮੁਰੈਲਾ ਗੁਰੂ ਦਾ ਮਤਲਬ ਹੈ ਮਾਰ ਖੋਰਾ, ਡਾਢਾ। ਸਤਿਗੁਰਾਂ ਦੇ ਬਾਰੇ ਉਹ ਲਿਖਿਆ ਕਰਦੇ ਸੀ, ਮੁਰੈਲਾ ਗੁਰੂ ਮਾਰਿਆ ਗਿਆ, ਕਹਿੰਦੇ ਸ਼ੁਕਰ ਹੈ। ਹਾਂਜੀ, ਕਹੈ ਆਪ ਮੈਂ ਯੋ ਮਲੇਛੈ ਪਹਾੜੀ। ਮਲੇਛ ਅਤੇ ਪਹਾੜੀ, ਤੁਰਕ ਤੇ ਹਿੰਦੂ ਸਭ ਜਿਹੜੇ ਗੁਰੂ ਸਾਹਿਬ ਦੇ ਵਿਰੋਧੀ ਇੱਥੇ ਆਏ ਹੋਏ ਨੇ, ਉਹ ਆਪਸ ਇਦਾਂ ਦੀਆਂ ਗੱਲਾਂ ਕਰਦੇ ਨੇ। ਨਹੀਂ ਮੂਡ ਜਾਣੇ ਗੁਰੂ ਖੇਲ ਤਾਰੀ। ਪਰ ਉਹਨਾਂ ਮੂਰਖਾਂ ਨੂੰ ਇਹ ਪਤਾ ਹੀ ਨਹੀਂ ਤੇ ਗੁਰੂ ਦੀ ਤੇ ਖੇਡ ਹੀ ਨਿਆਰੀ ਹੈ। ਅਜੇ ਗੁਰੂ ਗੋਬਿੰਦ ਸਿੰਘ ਤੁਹਾਡੇ ਕਾਬੂ ਨਹੀਂ ਆਇਆ। ਉਹ ਤਾਂ ਬਾਜ ਤਰ੍ਹਾਂ ਉਡਾਰੀ ਮਾਰ ਕੇ ਤਾਂ ਉਹਦੇ ਸਿੰਘ ਹੀ ਲੜ ਰਹੇ ਸਨ। ਉਹ ਭਾਈ ਉਹਦੇ ਸਿੰਘ ਨੂੰ ਹੀ ਗੁਰੂ ਗੋਬਿੰਦ ਸਿੰਘ ਸਮਝ ਕੇ ਸਾਰੀ ਰਾਤ ਲੜਦੇ ਰਹੇ ਤੇ ਮਹਾਰਾਜ ਸਰਸਾ ਪਾਰ ਕਰ ਗਏ। ਵੱਡੇ ਤੀਰ ਮਾਰੇ ਹਯੰਗਾਤ ਪਾਰੇ। ਗੱਲਾਂ ਕਰਦੇ ਨੇ ਆਪਸ ਵਿੱਚ, ਕਹਿੰਦੇ ਦੇਖੋ ਗਜਬ ਖੁਦਾ ਦਾ। ਇਹ ਗੁਰੂ ਗੋਬਿੰਦ ਸਿੰਘ ਤੀਰ ਕਿੰਨੇ ਤਿੱਖੇ ਮਾਰਦਾ ਸੀ ਕਿ ਬੰਦੇ ਨੂੰ ਚੀਰ ਕੇ ਘੋੜੇ ਵਿੱਚੋਂ ਵੀ ਤੀਰ ਪਾਰ ਲੰਘ ਜਾਂਦਾ ਸੀ। ਉਹ ਤੀਰ ਦੀ ਮਾਰ 'ਚ ਜੇ ਘੋੜਾ ਆ ਜੇ ਤੇ ਘੋੜਾ ਸਾਫ਼, ਬੰਦਾ ਆ ਜੇ ਤੇ ਬੰਦਾ ਸਾਫ਼। ਭਾਈ ਉਹਦੇ ਸਿੰਘ ਤੀਰ ਬੜੇ ਬਲ ਨਾਲ ਕੰਨਾਂ ਦੇ ਖਿੱਚ ਕੇ ਮਾਰਦੇ ਸਨ। ਹਾਂ, ਨਰਨ ਬਾਪਰੇ ਤੇਕ ਹੋ ਕਿਉਂ ਨਾ ਮਾਰੇ। ਕਹਿੰਦੇ ਜਿਹੜਾ ਘੋੜੇ ਜੋ ਤੀਰ ਪਾਰ ਲੰਘ ਜਾਏ ਬੰਦੇ ਨੂੰ ਛੱਡੇਗਾ ਉਹ?
ਬੰਦਾ ਕੀ ਚੀਜ਼ ਹੈ? ਜੇ ਘੋੜੇ ਦੇ ਐਡਾ ਵੱਡਾ ਸਰੀਰ ਹੁੰਦਾ, ਉਹਦੇ ਵਿੱਚੋਂ ਤੀਰ ਪਾਰ ਲੰਘਦੇ ਰਹੇ ਹਨ। ਜਥਾ ਨੀਰ ਰੋਕੇਗੇ ਰੰਗ ਅਗਰ ਰੋਕਾ। ਹਾਂ ਸਾਧ ਸੰਗਤ ਜੀ, ਜਿਵੇਂ ਕਿਸੇ ਦਰਿਆ ਦੇ ਵੱਡੇ ਹੜ ਨੂੰ, ਪਾਣੀ ਨੂੰ ਪਹਾੜ ਰੋਕ ਕੇ ਖੜਾ ਹੋਵੇ, ਏਦਾਂ ਉਹਦੇ ਸਿੰਘ ਨੇ ਵੈਰੀਆਂ ਦੇ ਆ ਰਹੇ ਦਰਿਆ ਨੂੰ ਠੱਲ ਪਾਈ ਹੋਈ ਸੀ। ਟਹੇ ਤੇ ਚੱਲੇ ਫੈਲ ਤੈਸੇ ਬਲੋਕਾ। ਜਦੋਂ ਉਹ ਪਹਾੜ ਜਾਂ ਉਹ ਬੰਨਾ ਟੁੱਟ ਜਾਵੇ, ਡਿੱਗ ਪਵੇ, ਤੇ ਫਿਰ ਪਾਣੀ ਉਹਦਾ ਨੂੰ ਪਸਰ ਜਾਂਦਾ ਹੈ ਨਾ। ਏਦਾਂ ਭਾਈ ਉਦੈ ਸਿੰਘ ਜੀ ਸ਼ਹੀਦ ਹੋਏ ਨੇ। ਹੁਣ ਤੁਰਕਾਂ ਦੇ ਪਹਾੜੀਆਂ ਨੂੰ ਅੱਗੇ ਝਾਕਣਾ ਨਸੀਬ ਹੋਇਆ ਵੀ ਚਲੋ ਅੱਗੇ ਦੇਖੀਏ ਹੁਣ ਕੀ ਹੋ ਰਿਹਾ। ਹਾਂਜੀ, ਦਲੰਗ ਅਗਰ ਦੋਰਿਓ ਮੇਲੇ ਤਾਹੇ ਆਈ। ਇਹ ਫੌਜ ਅੱਗੇ ਨੂੰ ਦੌੜੀ ਵੀ ਚਲੋ ਗੁਰੂ ਦਾ ਵਹੀਰ ਜਾਂ ਹੋਰ ਕੋਈ ਲੋਕ ਜਿਹੜੇ ਜਾ ਰਹੇ ਉਹਨਾਂ ਨੂੰ ਵੀ ਮਾਰ ਦਈਏ ਤੇ ਕੋਈ ਸਿੱਖ ਜਿਉਂਦਾ ਨਾ ਬਚੇ। ਜਦੋਂ ਅੱਗੇ ਨੂੰ ਫੌਜ ਦੌੜੀ ਹੈ, ਗੁਰੂ ਨੰਦ ਸੰਗੇ ਜਹਾਂ ਥੀ ਲੜਾਈ। ਬਾਬਾ ਅਜੀਤ ਸਿੰਘ ਜੀ ਤੇ ਭਾਈ ਜੀਵਨ ਸਿੰਘ ਜੀ ਜਿੱਥੇ ਯੁੱਧ ਕਰ ਰਹੇ ਸਨ, ਨਦੀ ਸੋ ਝੜੀ ਮੀਂਹ ਵਠਿਓ ਉਚਾਏ। ਨਦੀ ਚੜੀ ਹੋਈ ਸੀ ਸਰਸਾ। ਸਾਧ ਸੰਗਤ ਜੀ, ਮੀਂਹ ਬੜਾ ਉੱਤੇ ਪਹਾੜਾਂ ਦੇ ਪੈ ਗਿਆ ਤੇ ਮੀਂਹ ਪੈਣ ਕਰਕੇ ਸਰਸਾ ਨਦੀ ਦਾ ਪਾਣੀ ਕਿਨਾਰੇ ਟੱਪਣ ਲੱਗ ਪਿਆ। ਹਾਂਜੀ, ਕਿਤੇ ਸਿੰਘ ਕੋ ਬੇਗ ਬੀਚੇ ਬਹਾਏ। ਇੰਨਾ ਜ਼ੋਰ ਦਾ ਪਾਣੀ ਸੀ, ਉਹਦੇ ਵਿੱਚ ਬਹੁਤ ਸਾਰੇ ਸਿੰਘ ਵੀ ਰੁੜਨ ਲੱਗੇ। ਜਿਹੜੀ ਵਹੀਰ ਲੰਘੀ ਸੀ ਉਹਨਾਂ ਦਾ ਵੀ ਨੁਕਸਾਨ ਕਾਫੀ ਹੋਇਆ। ਬੀਬੀਆਂ, ਬੱਚੇ, ਕਈ ਵਿਚਾਰੇ ਵਿੱਚ ਹੀ ਰੁੜ ਗਏ। ਹਾਂਜੀ, ਨਿਰਾਜ ਛੰਦ ਅਜੀਤ ਸਿੰਘ ਸੂਰਮਾ ਪਰਿਵਾਰ ਪਾਰ ਹੋਇਓ। ਬਾਬਾ ਅਜੀਤ ਸਿੰਘ ਜੀ ਵੈਰੀ ਦੇ ਦਲ ਨਾਲ ਯੁੱਧ ਕਰਦੇ ਹੋਏ ਬੜੇ ਕਰੜੇ ਸਮੇਂ ਵਿੱਚ ਨਦੀ ਸਰਸਾ ਚੋਂ ਪਾਰ ਲੰਘੇ ਹਨ। ਲੜੇ ਮਲੇਸ਼ ਬਾਹਨੀ ਵਿਸਾਲ ਬ੍ਰਿੰਦ ਟੋਇਓ। ਵੈਰੀ ਦੀ ਫੌਜ ਚੜੀ ਆ ਰਹੀ ਸੀ ਪਿੱਛੇ, ਉਹਦੇ ਨਾਲ ਮੁਕਾਬਲਾ ਵੀ ਹੁੰਦਾ ਰਿਹਾ। ਕਦਮ ਕਦਮ ਅੱਗੇ ਤੁਰੀ ਜਾਣਾ ਤੇ ਪਿੱਛੇ ਦੇਖ ਕੇ ਲੜੀ ਜਾਣਾ, ਇਹ ਉਸ ਵੇਲੇ ਸਿੰਘਾਂ ਨੂੰ ਕਰਨਾ ਪੈ ਰਿਹਾ ਸੀ। ਹਾਂਜੀ, ਛੁਟੰਤ ਹੈ ਤੁਫੰਗ ਚੈ ਚਲਾਏ ਤੀਰ ਤੀਛਨਾ। ਤੀਰ ਗੋਲੀਆਂ ਦਾ ਮੀਂਹ ਵਸ ਰਿਹਾ ਸੀ। ਗੋਲੀਆਂ ਕਾੜ ਕਾੜ ਕਰਦੀਆਂ ਸਨ, ਤੀਰ ਛਾੜ ਛਾੜ ਕਰਦੇ ਸਨ। ਲਗੰਤ ਫੋਰ ਦੇਤ ਹੈ ਸਰੀਰ ਕੋ ਨਰੀਸ਼ਨਾ। ਜਿਹੜਾ ਸਰੀਰ ਸਾਹਮਣੇ ਆ ਜਾਵੇ ਗੋਲੀ ਦੇ, ਉਹਨੂੰ ਫੋੜ ਕੇ ਗੋਲੀ ਲੰਘ ਜਾਂਦੀ ਸੀ। ਦੋ ਔਰੀਆਂ ਜੋ ਗੋਰੀਆਂ ਕਸੰਤ ਫੇਰ ਸ਼ੋਰੀਆਂ। ਦੋਵਾਂ ਪਾਸਿਆਂ ਤੋਂ, ਸਿੰਘਾਂ ਵੱਲੋਂ ਵੀ ਤੇ ਪਹਾੜੀਆਂ ਵੱਲੋਂ ਵੀ, ਤੁਰਕਾਂ ਵੱਲੋਂ ਵੀ, ਦੋ ਦੋ ਨਾਲੀਆਂ ਦੁਗਾੜੇ ਵਾਲੀਆਂ ਬੰਦੂਕਾਂ ਕੱਸ ਕੱਸ ਕੇ ਚਲਾਈਆਂ ਜਾ ਰਹੀਆਂ ਸਨ। ਸ਼ੁਕੰਤ ਸੀਸ ਉਪਰੇ ਲਗੰਤ ਦੇਹ ਫੋਰੀਆਂ। ਉਹ ਸਿਰਾਂ ਦੇ ਉੱਤੇ ਸ਼ੂਕਦੀਆਂ ਲੰਘਦੀਆਂ ਸਨ, ਜਿਹਦੀ ਦੇਹ 'ਚ ਲੱਗਦੀਆਂ ਸਨ ਫੋੜ ਦਿੰਦੀਆਂ ਸਨ। ਸਿਰ ਦੇ ਵਿੱਚ ਮੱਥੇ 'ਚ ਲੱਗੇ ਗੋਲੀ ਤੇ ਜਿਵੇਂ ਮਟਕੀ ਭੱਜਦੀ ਹੈ ਨਾ, ਏਦਾਂ ਸਿਰ ਦਾ ਪਟਾਕਾ ਪੈ ਜਾਂਦਾ ਸੀ। ਮਚਾਏ ਸ਼ੋਰ ਠੌਰ ਕੋ ਅਮੋਰ ਠੋਰ ਜੰਕੇ। ਇਸ ਤਰ੍ਹਾਂ ਸ਼ੋਰ ਮਚਾਉਂਦੇ ਹੋਏ ਉਹ ਪਹਾੜੀਏ ਤੇ ਤੁਰਕ ਸਰਸਾ ਦੇ ਕਿਨਾਰੇ ਤੇ ਅੱਪੜ ਗਏ। ਜਿੰਨਾ ਚਿਰ ਉਹਦੇ ਸਿੰਘ ਜਿਉਂਦਾ ਰਿਹਾ ਉਹਨਾਂ ਚਿਰ ਤਾਂ ਨਹੀਂ ਅੱਗੇ ਜਾਣ ਦਿੱਤਾ ਉਹਨੇ, ਪਰ ਜਦੋਂ ਉਹਦੇ ਸਿੰਘ ਸ਼ਹੀਦ ਹੋ ਗਿਆ ਤਾਂ ਫਿਰ ਪਹਾੜੀਏ ਅੱਗੇ ਵਧੇ ਤੇ ਸਰਸਾ ਦੇ ਕਿਨਾਰੇ ਤੱਕ ਭਾਈ ਜੀਵਨ ਸਿੰਘ ਨਾਲ ਯੁੱਧ ਕਰਦੇ ਰਹੇ। ਮਿਲੇ ਪ੍ਰਬੀਰ ਮਾਰ ਤੇ ਹਕਾਰ ਛਤਰ ਸੰਗ ਕੇ। ਔਰ ਸਾਧ ਸੰਗਤ ਜੀ, ਉੱਥੇ ਬੜੇ ਬੜੇ ਸੂਰਮੇ ਸਿੰਘ ਫਿਰ ਲੜਦੇ ਹੋਏ ਵੈਰੀਆਂ ਨਾਲ ਜੂਝ ਗਏ। ਦੋਹਰਾ ਨਦੀ ਤੀਰ ਲਗ ਆਏ ਗੋ, ਸਿੱਖ ਰੰਗ ਘਰੇ ਚਟਾਓ ਜਟੋਏ। ਹਾਂ, ਨਦੀ ਤੀਰ ਲੋ ਆਏ ਗੋ, ਸਿੰਘ ਰੰਗਰੇਟਾ ਜੋਏ। ਜੋ ਰੰਗਰੇਟਾ ਸੀ ਗੁਰੂ ਕਾ ਬੇਟਾ ਭਾਈ ਜੀਵਨ ਸਿੰਘ, ਉਹ ਨਦੀ ਦੇ ਕਿਨਾਰੇ ਤੱਕ ਯਾਨੀ ਸਰਸਾ ਨਦੀ ਤੱਕ ਲੜਦਾ ਆਇਆ। ਮਹਾਰਾਜ ਨੂੰ ਉਹਨੇ ਕਿਹਾ ਸੀ, ਮਹਾਰਾਜ ਮੈਂ ਨਦੀ ਤੱਕ ਵੈਰੀ ਨੂੰ ਨਹੀਂ ਅੱਗੇ ਵਧਣ ਦਿਆਂਗਾ, ਨਦੀ ਤੱਕ ਆਵਾਂਗਾ। ਤੇ ਮਹਾਰਾਜ ਕਹਿੰਦੇ ਅੱਛਾ ਜੀ ਜੀਵਨ ਸਿੰਘ ਤੂੰ ਨਦੀ ਤਾਂ ਹੀ ਕਿਹਾ ਤਾਂ ਨਦੀ ਤੱਕ ਹੀ ਆਏਗਾ, ਇੱਥੇ ਹੀ ਤੇਰੀ ਸ਼ਹੀਦੀ ਹੋ ਜਾਏਗੀ। ਉਹ ਬਚਨ ਪੂਰਾ ਹੋ ਗਿਆ। ਭਾਈ ਜੀਵਨ ਸਿੰਘ ਜੀ ਇੱਥੋਂ ਤੱਕ ਲੜਦੇ ਆਏ ਹਨ। ਇਕ ਖੈ ਦਲ ਬਲ ਰਿਪਨ ਕੋ, ਪਇਓ ਨੇਰ ਕਿਉ ਡੋਏ। ਵੈਰੀ ਦਲ ਨੇ ਵੇਖਿਆ ਸਿੰਘ ਥੋੜੇ ਰਹਿ ਗਏ, ਉਹ ਅੱਗੇ ਵਧੇ ਵੀ ਸਾਰਿਆਂ ਨੂੰ ਖਤਮ ਕਰ ਦਈਏ। ਅਪਰ ਸਿੰਘ ਕੇ ਤਕ ਥੇਰੇ, ਹੋਣ ਲਗਿਓ ਸੰਗਰਾਮ। ਭਾਈ ਜੀਵਨ ਸਿੰਘ ਦੇ ਨਾਲ ਹੋਰ ਵੀ ਕਈ ਸਿੰਘ ਉੱਥੇ ਪੈਰ ਅੜਾ ਕੇ ਖੜ ਗਏ ਤੇ ਉਹ ਸਾਰੇ ਸਿੰਘ ਬੜੀ ਬਹਾਦਰੀ ਦੇ ਨਾਲ ਪਹਾੜੀਆਂ ਦਾ ਤੇ ਤੁਰਕਾਂ ਦਾ ਮੁਕਾਬਲਾ ਕਰਨ ਲੱਗੇ। ਘਮਸਾਨ ਦਾ ਯੁੱਧ ਮਚ ਗਿਆ। ਨਿਕਟ ਟੁਕੇ ਰੋਕੇ ਹਤੇ, ਪਹੁੰਚਤ ਪਟ ਜਮ ਤਾਮ। ਜਿਹੜੇ ਨੇੜੇ ਆਉਂਦੇ ਗਏ ਸਿੰਘ ਤੀਰਾਂ ਗੋਲੀਆਂ ਨਾਲ ਉਹਨਾਂ ਦਾ ਪਾਰ ਬੁਲਾਉਂਦੇ ਰਹੇ।
ਬਹੁਤ ਪਹਾੜੀਏ ਦੇ ਤੁਰਕ ਸਰਸਾ ਦੇ ਕਿਨਾਰੇ ਤੇ ਵੀ ਮਾਰੇ ਗਏ। ਸਵਈਆ ਜੀਵਨ ਸਿੰਘ ਥਿਰਿਓ ਤਹਿ ਠਾਂਗਨ ਸਿੰਘਨ ਹਾਥ ਤੋ ਫੰਗ ਸੰਪਾਰੇ। ਬਹੁਤ ਸਾਰੇ ਸਿੰਘਾਂ ਦੇ ਹੱਥਾਂ 'ਚ ਬੰਦੂਕਾਂ ਸਨ। ਬਾਬਾ ਜੀਵਨ ਸਿੰਘ ਦੇ ਹੱਥ ਵਿੱਚ ਵੀ ਬੜੀ ਸੋਹਣੀ ਸੁੰਦਰ ਬੰਦੂਕ ਸੀਗੀ ਤੇ ਬਾਬਾ ਜੀ ਤੇ ਸਾਰੇ ਸਿੰਘ ਬੰਦੂਕਾਂ 'ਚੋਂ ਫਾਇਰ ਕਰਦੇ ਰਹੇ। ਪਾਏ ਬਰੂਦਕ ਸੈਂਗੁਲ ਕਾਦੋਏ ਠੋਕਨ ਤੇਸ਼ਨ ਕੈ ਗਜ ਪਾਰੇ। ਪੁਰਾਣੇ ਜ਼ਮਾਨੇ 'ਚ 2 ਨਾਲੀ ਜਾਂ 1 ਨਾਲੀ ਬੰਦੂਕ ਹੁੰਦੀ ਸੀ। ਪਹਿਲਾਂ ਉਹਦੇ ਮੂੰਹ ਵਾਲੇ ਪਾਸਿਓਂ ਬਰੂਦ ਪਾਉਣਾ ਪੈਂਦਾ ਸੀ। ਬਰੂਦ ਪਾ ਕੇ ਤੇ ਫੇਰ ਗੋਲੀ ਪਾ ਕੇ ਤੇ ਇੱਕ ਗਜ ਹੁੰਦਾ ਸੀ। ਗਜ ਕਹਿੰਦੇ ਸਰੀਆ ਜਿਹਾ ਹੁੰਦਾ ਸੀ, ਪਤਲਾ ਜਿਹਾ ਲੰਮਾ ਜਿਹਾ। ਜਿੰਨੀ ਬੰਦੂਕ ਦੀ ਨਾਲੀ ਲੰਮੀ ਓਨਾ ਉਹ ਸਰੀਆ ਗਜ ਹੁੰਦਾ ਸੀਗਾ। ਉਹਦੇ ਨਾਲ ਫਿਰ ਇਹਨੂੰ ਠੋਕਦੇ ਸਨ। ਜਦੋਂ ਉਹਦੇ ਵਿੱਚ ਠੋਕਦੇ ਸਨ ਤੇ ਉਹ ਨਾਲੀ ਦੇ ਵਿੱਚ ਛਣਕਾਰ ਹੁੰਦੀ ਸੀ, ਛਣਕ ਛਣਕ ਕਰਦੀ ਸੀ। ਕਵੀ ਜੀ ਪੂਰਾ ਨਕਸ਼ਾ ਬੰਨ ਰਹੇ ਭਾਈ ਸੰਤੋਖ ਸਿੰਘ ਜੀ। ਕਹਿੰਦੇ ਪਾ ਕੇ ਬਰੂਦ ਗੋਲੀ ਪਾ ਕੇ ਤੇ ਗਜ ਨਾਲ ਜਦੋਂ ਠੋਕਦੇ ਨੇ ਤੇ ਨਾਲੀਆਂ ਦੇ ਵਿੱਚ ਗਜ ਛਣਕਦੇ ਨੇ। ਹੱਥ ਨ ਪੈਤਰ ਤਾਕਰ ਵਾਕਰ ਡਾਂਪਤ ਪਾਵਕ ਤੂਰਨ ਤਾਰੇ। ਪਹਿਲਾਂ ਬਰੂਦ ਪਾਣਾ, ਫਿਰ ਗੋਲੀ ਪਾ ਕੇ, ਫਿਰ ਗਜ ਨਾਲ ਠੋਕਣਾ ਤੇ ਫਿਰ ਹੱਥ ਦੇ ਉੱਤੇ ਰੱਖ ਕੇ ਸਿਸਟ ਲਾਣੀ ਤੇ ਫਿਰ ਤੋੜਾ ਡੰਬ ਦੇਣਾ। ਇਸ ਤਰ੍ਹਾਂ ਸਿੰਘ ਕਰਦੇ ਹਨ। ਮਾਰਤ ਹੈ ਡਿਗ ਆਵਤ ਨਾ ਡਰ ਦੇਤ ਮਹਾਰ ਹੈ ਦੂਰ ਬੇਡਾਰੇ। ਜਿਹੜਾ ਵੈਰੀ ਨੇੜੇ ਆਉਂਦਾ ਉਹਦੀ ਛਾਤੀ 'ਚ ਸਿੱਧੀ ਗੋਲੀ ਮਾਰ ਕੇ ਉਹਨੂੰ ਉਹ ਥਲ ਦਿੰਦੇ ਨੇ। ਡਰਦੇ ਮਾਰੇ ਪਹਾੜੀਏ ਤੇ ਤੁਰਕ ਸਿੰਘਾਂ ਵੱਲ ਮੂੰਹ ਨਹੀਂ ਕਰਦੇ। ਹੇਲ ਕੋ ਕਾਲ ਬੇਸਾਲ ਪਰੇ ਖਲ ਮਾਰਤ ਬੋਲਨ ਕੇ ਲਲਕਾਰੇ। ਪਿੱਛੇ ਰਾਜਾ ਭੀਮ ਚੰਦ, ਸੂਬਾ ਵਜ਼ੀਰ ਖਾਨ, ਸੂਬਾ ਜ਼ੇਰਦਸਤ ਖਾਨ ਅਤੇ ਹੋਰ ਜਿਹੜੇ ਜਰਨਲ ਵੱਡੇ ਵੱਡੇ ਅਫਸਰ ਹਨ, ਉਹ ਲਲਕਾਰੇ ਮਾਰ ਕੇ ਓਏ ਗਾਜੀਓ, ਓ ਬਹਾਦਰੋ, ਓ ਜੋਧਿਓ, ਕੀ ਹੋ ਗਿਆ ਤੁਹਾਨੂੰ? ਕਾਇਰ ਨਾ ਬਣੋ, ਬੋਝਦਿਲ ਨਾ ਬਣੋ। ਥੋੜੇ ਜਿਹੇ ਸਿੰਘ ਨੇ ਅੱਗੇ ਹੋ ਕੇ ਮਾਰ ਲਓ। ਉਹਨਾਂ ਨੂੰ ਇਕੱਠੇ ਹਮਲਾ ਕਰਨ ਲਈ ਲਲਕਾਰਦੇ ਨੇ। ਜਦੋਂ ਬਹੁਤੇ ਇਕੱਠੇ ਹੋ ਕੇ ਹਮਲਾ ਕਰਦੇ ਨੇ ਤਾਂ ਉਹਨਾਂ ਨੂੰ ਫਿਰ ਸਿੰਘ ਗੋਲੀਆਂ ਨਾਲ ਜਿੰਨਾ ਹੋ ਸਕਦਾ ਮਾਰਨ ਦੀ ਕੋਸ਼ਿਸ਼ ਕਰਦੇ ਨੇ। ਹਾਂਜੀ। ਖਾਏ ਕੈ ਮਾਰ ਹਟੈ ਪਿਛਵਾਏ ਕੈ ਕੋ ਮਾਰ ਜਾਤ ਤ੍ਰਿਸੰਤ ਨਿਹਾਰੇ। ਜਦੋਂ ਸਿੰਘ ਗੋਲੀਆਂ ਚਲਾਉਂਦੇ ਅੱਗੋਂ ਮਾਰ ਪੈਂਦੀ ਹੈ ਤੇ ਫੇਰ ਪਿਛਾ ਨੂੰ ਮੁੜ ਜਾਂਦੇ ਆ। ਫੇਰ ਆਉਂਦੇ ਆ ਸਿੰਘ ਅੱਗੋਂ ਫੇਰ ਗੋਲੀਆਂ ਚਲਾ ਦਿੰਦੇ ਹਨ। ਠਾ ਠਾ ਹੁੰਦੀ ਪਈ ਹੈ। ਜੀਵਨ ਸਿੰਘ ਰਪਿਓ ਪਗ ਠਾੜ ਹੈ ਸ਼ੋਰਤ ਫੰਗਨ ਸੰਗ ਪ੍ਰਹਾਰੇ। ਬਾਬਾ ਜੀਵਨ ਸਿੰਘ ਜੀ ਰੰਗਰੇਟਾ ਮੈਦਾਨੇ ਜੰਗ 'ਚ ਪੈਰ ਅੜਾ ਕੇ ਲੜ ਰਿਹਾ ਹੈ। ਭਾਵ ਉਹਦਾ ਇਰਾਦਾ ਇੱਥੇ ਸ਼ਹੀਦੀ ਪਾਉਣ ਦਾ ਹੈ। ਖੇਲ ਕੋ ਚਾਲਤ ਚਾਲਤ ਮੰਦ ਹੈ ਕਾਲਤ ਸ਼ਸਤਰਨ ਕੋ ਦੁਖ ਪਾਰੇ। ਔਰ ਕਦਮ ਕਦਮ ਥੋੜਾ ਥੋੜਾ ਅੱਗੇ ਸਰਸਾ ਵੱਲ ਤੁਰੀ ਵੀ ਜਾਂਦੇ ਨੇ ਤੇ ਵੈਰੀ ਦੇ ਹੱਲੇ ਨੂੰ ਰੋਕੀ ਜਾਂਦੇ ਨੇ ਸਿੰਘ। ਕੀਤਕ ਸਿੰਘ ਗਏ ਮਰ ਕੈ ਗੁਲਾਗ ਠੂਟੇ ਪਰੇ ਨਿਜ ਦੁਖ ਭਾਰੇ। ਬਹੁਤ ਸਾਰੇ ਸਿੰਘ ਗੋਲੀਆਂ ਲੱਗ ਲੱਗ ਕੇ ਛਾਨਣੀ ਹੋ ਗਏ। ਕਿਸੇ ਨੂੰ 10 ਕਿਸੇ ਨੂੰ 20 ਗੋਲੀਆਂ ਲੱਗੀਆਂ। ਕਿਸੇ ਦੇ ਮੱਥੇ 'ਚ ਕਿਸੇ ਦੇ ਕਾਲਜੇ 'ਚ ਗੋਲੀ ਵੱਜੀ। ਏਦਾਂ ਸਿੰਘ ਸਾਧ ਸੰਗਤ ਜੀ ਵਾਰੀ ਵਾਰੀ ਸ਼ਹੀਦੀਆਂ ਪਾਉਂਦੇ ਗਏ। ਕਈ ਵਾਰੀ ਜਦੋਂ ਸ੍ਰੀ ਅਨੰਦਪੁਰ ਸਾਹਿਬ ਜਾਈਏ ਨਾ ਤੇ ਸਾਧ ਸੰਗਤ ਜੀ ਉਹ ਜਿਹੜੀ ਮਿੱਟੀ ਚੁੱਕ ਚੁੱਕ ਕੇ ਸਿਰ ਨੂੰ ਮੱਥੇ ਨੂੰ ਲਾਉਣ ਨੂੰ ਜੀ ਕਰਦਾ ਹੈ। ਸ਼ਾਹੀ ਟਿੱਬੀ ਤੋਂ ਲੈ ਕਰਕੇ ਜੋ ਸਰਸਾ ਨਦੀ ਦੇ ਕਿਨਾਰੇ ਤੱਕ ਦੀ ਧਰਤੀ ਹੈ, ਕਿੰਨੇ ਕੁ ਸਿੰਘ ਤੇ ਘੋੜੇ ਉੱਥੇ ਸ਼ਹੀਦ ਹੋਏ। ਸੱਚੇ ਪਾਤਸ਼ਾਹ ਮਹਾਰਾਜ ਦੇ ਪਿਆਰੇ ਸਿੰਘ ਵਾਰੀ ਵਾਰੀ ਸ਼ਹੀਦੀਆਂ ਹੀ ਪਾਉਂਦੇ ਗਏ। ਰੋਕਨ ਕੇ ਹਿਤ ਠੋਕਤ ਹੈ ਗਜ ਬ੍ਰਿੰਦ ਬਲੋਕਤ ਸ਼ੋਰਤ ਫੰਗਾ। ਵੈਰੀਆਂ ਨੂੰ ਰੋਕਣ ਵਾਸਤੇ ਫਟਾਫਟ ਬੰਦੂਕਾਂ ਭਰਦੇ ਆ, ਕਿਉਂਕਿ ਅੱਜ ਕੱਲ੍ਹ ਵਰਗੀਆਂ ਆਟੋਮੈਟਿਕ ਬੰਦੂਕਾਂ ਤਾਂ ਹੁੰਦੀਆਂ ਨਹੀਂ ਸਨ। ਉਦੋਂ ਸਾਧ ਸੰਗਤ ਜੀ ਪਹਿਲਾਂ ਬੰਦੂਕ ਚਲਾ ਕੇ ਫਟਾਫਟ ਫਿਰ ਦੁਬਾਰਾ ਬਰੂਦ ਪਾਉਣਾ, ਫਿਰ ਗੋਲੀ ਪਾ ਕੇ ਫਿਰ ਗਾਜ ਨਾਲ ਠੋਕਣਾ, ਫਿਰ ਦਸਤਰਵਾਂ ਕਰਕੇ ਫਿਰ ਠਾਹ ਕਰਕੇ ਚਲਾਣੀ। ਉਹਨੇ ਚਿਰ ਨੂੰ ਫਿਰ ਬੜੀ ਫੁਰਤੀ ਦੇ ਨਾਲ ਸਿੰਘ ਬੰਦੂਕਾਂ ਭਰ ਕੇ ਚਲਾਉਂਦੇ ਹਨ। ਕਾਇਲ ਕੂਮਤ ਚੂਮ ਗੇਰੈ ਜਿਮ ਬਾਯੂ ਉਖਾਰ ਕਰੈ ਪਰ ਪੰਗਾ। ਤੇ ਵੈਰੀ ਦੇ ਜਿਹੜੇ ਸੂਰਮੇ ਹਨ ਉਹ ਜ਼ਖਮੀ ਹੋ ਕੇ ਧਰਤੀ ਤੇ ਝੂਮ ਝੂਮ ਕੇ ਡਿੱਗਦੇ ਹਨ। ਪੁੰਜ ਮੇਲਾ ਹਿਤ ਪੰਜਨ ਕਹਿ ਹੋਏ ਗੰਜਨ ਸਰੋਨਤ ਰੰਗ ਸੋ ਰੰਗਾ। ਸਿੰਘਾਂ ਨੂੰ ਮਾਰਨ ਵਾਸਤੇ ਜਥਿਆਂ ਦੇ ਜਥੇ ਇਕੱਠੇ ਹੋ ਕੇ ਆਉਂਦੇ ਆ, ਪਰ ਸਿੰਘਾਂ ਦੇ ਹੱਥੋਂ ਗੋਲੀਆਂ ਲੱਗ ਕੇ ਇੰਝ ਧਰਤੀ ਤੇ ਡਿੱਗਦੇ ਜਿਵੇਂ ਤੂਫਾਨ ਦੇ ਨਾਲ ਹਨੇਰੀ ਦੇ ਨਾਲ ਵੱਡੇ ਵੱਡੇ ਦਰਖਤ ਡਿੱਗਦੇ ਹਨ। ਆਨ ਪਰੇ ਕਰ ਜੋਰ ਮਹਾ ਚਹੁ ਔਰਨ ਤੇਰਨ ਕੋਰ ਮਚਾਇਓ। ਚਾਰੇ ਪਾਸਿਓਂ ਵੈਰੀ ਇਕੱਠੇ ਹੋ ਕੇ ਆ ਪਏ
ਤੇ ਬੜਾ ਕਮਸਾਨ ਦਾ ਜੁੱਧ ਮਚਾ ਦਿੱਤਾ। ਤੀਸਰ ਸੀਲਤਾ ਥਿਰ ਹੋਏ ਬਡੋ ਚਲ ਤਾ ਜਲ ਬੇਗ ਬਹਾਇਓ। ਸੋ ਉਸੇ ਨਦੀ ਦੇ ਕਿਨਾਰੇ ਦੇ ਉੱਤੇ ਤੀਰ ਤਿਸੀ ਸਵਤਾ ਤਟ ਥਿਰ ਹੋਏ, ਬੜੋ ਚਲਤਾ ਜਲ ਵੇਗ ਬਹਾਇਓ। ਜਦੋਂ ਉੱਥੇ ਲੜਾਈ ਸ਼ੁਰੂ ਹੋਈ, ਅੱਗੇ ਸਾਧ ਸੰਗਤ ਜੀ ਦਰਿਆ ਦਾ ਪਾਣੀ ਠਾਠਾ ਮਾਰ ਰਿਹਾ। ਜਿਹੜਾ ਵਿੱਚ ਘੋੜਾ ਪਾਵੇ ਉਹਦਾ ਘੋੜਾ ਵੀ ਰੁੜਨ ਲੱਗ ਜਾਵੇ। ਜੇ ਕੋਈ ਪੈਦਲ ਵੜੇ ਤੇ ਉਹਨੂੰ ਤਾਂ ਕੀ ਧਰਤੀ ਤੇ ਥਾਂ ਮਿਲਣੀ ਸੀ। ਐਸੀ ਦਸ਼ਾ ਸੀ ਉੱਥੇ, ਨਾ ਘੋੜਿਆਂ ਦੇ ਪਾਰ ਲੰਘਣ ਦਾ ਤੇ ਨਾ ਬੰਦਿਆਂ ਦੇ ਪਾਰ ਲੰਘਣ ਦਾ ਰਾਹ ਹੀ ਕੋਈ ਨਹੀਂ ਸੀ। ਛੋੜ ਦਈ ਇੱਕ ਸੰਗ ਤੋ ਫੰਗਨ ਸਿੰਘ ਜਤੇਕ ਸਮੂਹਨ ਕਾਇਓ। ਪਿੱਛੇ ਪਾਣੀ ਚੜਿਆ ਹੋਇਆ, ਸਾਹਮਣੇ ਵੈਰੀ ਬਹੁਤ ਆ ਗਿਆ। ਵੈਰੀ ਨੇ ਇੰਨੀਆਂ ਗੋਲੀਆਂ ਲਗਾਤਾਰ ਇਕੱਠੀਆਂ ਚਲਾਈਆਂ ਕਿ ਜਿੰਨੇ ਕੁ ਸਿੰਘ ਸਰਸਾ ਦੇ ਕਿਨਾਰੇ ਤੇ ਮੋਰਚੇਬੰਦੀ ਕਰੀ ਬੈਠੇ ਸਨ, ਲੜ ਰਹੇ ਸਨ ਘੋੜਿਆਂ ਤੇ, ਉਹ ਸਾਰੇ ਹੀ ਸ਼ਹੀਦੀ ਪਾ ਗਏ। ਜੀਵਨ ਸਿੰਘ ਸਮੇਤ ਗੇਰੇ ਸਭ ਪ੍ਰਾਨ ਦਏ ਗੁਰ ਕੋ ਪਰ ਪਾਇਓ। ਬਾਬਾ ਜੀਵਨ ਸਿੰਘ ਜੀ ਅਤੇ ਉਹਨਾਂ ਦੇ ਸੂਹ ਸਾਥੀ ਸਿੰਘ ਸਰਸਾ ਦੇ ਕਿਨਾਰੇ ਉੱਤੇ ਪੁਰਜਾ ਕੱਟ ਕੇ ਸ਼ਹੀਦੀ ਪਾ ਗਏ। ਸਾਰੇ ਸਿੰਘਾਂ ਦੇ ਸਰੀਰ ਉੱਥੇ ਡਿੱਗੇ ਹਨ ਤੇ ਉਹਨਾਂ ਦੀਆਂ ਰੂਹਾਂ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਚਰਨਾਂ ਵਿੱਚ ਜਾ ਬਿਰਾਜੀਆਂ ਹਨ। ਪਾਰ ਪਰੇ ਕਿਤਨੇ ਜਲ ਤੇ ਚਲ ਤੇ ਬਲ ਤੇ ਟਲ ਤੇ ਨਾ ਲੜਾਈ। ਬੜੀ ਮੁਸ਼ਕਲ ਨਾਲ ਕੁਝ ਸਿੰਘ ਪਾਰ ਲੰਘੇ ਹਨ। ਪਾਰ ਪਰੇ ਕਿਤਨੇ ਜਲ ਤੇ ਚਲਤੇ ਬਲਤੇ ਟਲਤੇ ਨਾ ਲੜਾਈ। ਲੜਾਈ ਤੋਂ ਨਾਲ ਟਲਣ ਵਾਲੇ ਉਹ ਲੜਾਕੇ ਬਲੀ ਬੜੀ ਮੁਸ਼ਕਲ ਨਾਲ ਨਦੀ ਤੋਂ ਪਾਰ ਲੰਘੇ। ਸ੍ਰੀ ਗੁਰ ਕੋ ਸਤ ਵੀਰ ਬਡੋਰੇ ਪਰੋਕ ਬਲੋਕਤ ਮਾਰਗ ਜਾਈ। ਮਹਾਰਾਜ ਦੇ ਵੱਡੇ ਸਾਹਿਬਜ਼ਾਦੇ ਧੰਨ ਧੰਨ ਬਾਬਾ ਅਜੀਤ ਸਿੰਘ ਬੜੇ ਬਲੀ ਸਨ। ਪਰ ਜਵਾਨੀ ਦੀ ਉਮਰ ਸੀ ਤੇ ਸਰੀਰ ਬਹੁਤ ਜ਼ਿਆਦਾ ਕਮਾਇਆ ਹੋਇਆ ਸੀਗਾ, ਕਿਉਂਕਿ ਸਾਧ ਸੰਗਤ ਜੀ ਜੰਗ ਦੇ ਵਿੱਚ ਜਿਨ੍ਹਾਂ ਨੇ ਜਾਣਾ ਹੁੰਦਾ ਉਹਨਾਂ ਦੀ ਸਰੀਰ ਦੀ ਵਰਜਿਸ਼ ਬਹੁਤ ਹੋਇਆ ਕਰਦੀ ਤੇ ਖੁਰਾਕ ਵੀ ਉਹਨਾਂ ਦੀ ਬੜੀ ਬਲੀਆਂ ਵਾਲੀ ਹੁੰਦੀ ਹੈ। ਤੇ ਬਾਬਾ ਅਜੀਤ ਸਿੰਘ ਜੀ ਬਹੁਤ ਚੰਡਿਆ ਹੋਇਆ ਸਰੀਰ ਤੇ ਬੜਾ ਬਲੀ, ਤੇ ਇੱਕ ਇੱਕ ਤੀਰ ਨਾਲ 10-10 ਬੰਦਿਆਂ ਨੂੰ ਤੀਰ ਲੰਘਾ ਦਿੰਦੇ ਸਨ। ਇੰਨਾ ਉਹਨਾਂ ਦਾ ਨਿਸ਼ਾਨਾ ਤੇਜ਼ ਸੀ ਤੇ ਬਲੀ ਸਨ। ਬਾਬਾ ਅਜੀਤ ਸਿੰਘ ਜੀ ਜੰਗ ਲੜਦੇ ਹੋਏ ਦੁਸ਼ਮਣ ਦੇ ਨਾਲ ਲੜਦੇ ਮਸੀ ਸਰਸਾ ਨਦੀ ਪਾਰ ਕੀਤੀ ਹੈ। ਵਾਹਿਗੁਰੂ ਮੁਖ ਬੋਲ ਫਤਿਹ ਜੁਤ ਜਾਏ ਮਿਲਿਓ ਪਿਤ ਕੋ ਹਰ ਖਾਈ। ਤੇ 2-4 ਕਿਲੋਮੀਟਰ ਹੀ ਅੱਗੇ ਸਰਸਾ ਤੋਂ ਮਹਾਰਾਜ 10ਵੇਂ ਪਾਤਸ਼ਾਹ ਜੀ ਗਏ ਸਨ ਕਿ ਬਾਬਾ ਅਜੀਤ ਸਿੰਘ ਜੀ ਜਾ ਮਿਲੇ। ਤੇ ਕਲਗੀਧਰ ਪਿਤਾ ਜੀ ਨੂੰ ਜਾ ਕੇ ਫਤਿਹ ਗਜਾਈ। ਕੇਤਕ ਸਿੰਘਨ ਜੰਗ ਕਰੇ ਨਿਜ ਸੰਗ ਹੋਤੇ ਸੋਹਤੇ ਸਮਦਾਈ। ਕਈ ਸਿੰਘ ਜਿਹੜੇ ਸਨ ਨਾਲ ਉਹ ਜੰਗ ਵਿੱਚ ਸ਼ਹੀਦ ਹੋ ਗਏ ਤੇ ਕਈ ਸਿੰਘ ਬਾਬਾ ਜੀ ਦੇ ਨਾਲ ਅੱਗੇ ਵੀ ਪਹੁੰਚੇ ਹਨ। ਕੇਤਕ ਕਾਇਲ ਸ਼੍ਰੋਨਤ ਚਾਲਤ ਪੁੰਜ ਸੰਭਾਲਤ ਲਿਆਇ ਲਵਾਏ। ਕਈ ਸਿੰਘ ਜ਼ਖਮੀ ਸਨ। ਕਈਆਂ ਨੂੰ ਸਿੰਘ ਦੂਜਿਆਂ ਨੂੰ ਸਹਾਰਾ ਦੇ ਕੇ ਆਪਣੇ ਆਪਣੇ ਘੋੜਿਆਂ ਤੇ ਸੰਭਾਲ ਕੇ ਲਿਆ ਰਹੇ ਸਨ। ਸਾਧ ਸੰਗਤ ਜੀ ਜਦੋਂ ਮਲਕਪੁਰ ਰੰਗੜਾ ਰੋਪੜ ਤੋਂ 4 ਜਾਂ 5 ਕਿਲੋਮੀਟਰ ਅਨੰਦਪੁਰ ਸਾਹਿਬ ਵੱਲ ਜਾਈਏ ਤੇ ਪਿੰਡ ਆਉਂਦਾ ਰੰਗੜਾ ਦਾ, ਮਲਕਪੁਰ ਰੰਗੜਾ ਉਸ ਪਿੰਡ ਦਾ ਨਾਮ ਹੈ। ਉੱਥੇ ਪਹੁੰਚੇ ਤੇ ਸਵੇਰ ਦਾ ਯਾਨੀ 4-5 ਵਜੇ ਦਾ ਟਾਈਮ ਹੋ ਗਿਆ ਸੀਗਾ, ਦਿਨ ਚੜ੍ਹਨ ਵਾਲਾ ਸੀ। ਤੇ ਉਹਨਾਂ ਰੰਗੜਾ ਨੇ ਅੱਗੋਂ ਦੀ ਗੁਰੂ ਸਾਹਿਬ ਜੀ ਦੀ ਰਸਤਾ ਰੋਕਣ ਵਾਸਤੇ ਆਪਣੀ ਫੌਜ ਲਾ ਦਿੱਤੀ। ਅੱਗੋਂ ਦੀ ਗੋਲੀ ਚੱਲ ਗਈ, ਗੋਲੀ ਪਿੱਛੇ ਵੀ ਦੁਸ਼ਮਣ ਅੱਗੇ ਵੀ ਦੁਸ਼ਮਣ। ਤੇ ਉਸ ਲੜਾਈ ਵਿੱਚ ਬਾਬਾ ਬਚਿੱਤਰ ਸਿੰਘ ਜੀ ਜਿਹੜੇ ਉਦੇ ਸਿੰਘ ਦੇ ਭਾਈ ਸਨ, ਜਿਨ੍ਹਾਂ ਨੇ ਹਾਥੀ ਦਾ ਮੁਕਾਬਲਾ ਕੀਤਾ ਸੀ, ਉਹਨਾਂ ਦੀ ਵੱਖੀ ਵਿੱਚ 2 ਗੋਲੀਆਂ ਵੱਜ ਗਈਆਂ। ਇੰਨਾ ਲਹੂ ਵਗ ਗਿਆ ਕਿ ਬਾਬਾ ਬਚਿੱਤਰ ਸਿੰਘ ਜੀ ਨਿਢਾਲ ਹੋ ਗਏ। ਤੇ ਉਹਨਾਂ ਨੂੰ ਬਾਬਾ ਅਜੀਤ ਸਿੰਘ ਜੀ ਸਾਹਿਬਜ਼ਾਦਾ ਆਪਣੇ ਘੋੜੇ ਤੇ ਬਿਠਾ ਕੇ ਪੱਠਾ ਸਾਹਿਬ ਲੈ ਕੇ ਆਏ ਸਨ। ਉਹਨਾਂ ਦਾ ਘੋੜੇ ਤੇ ਇਕੱਲੇ ਆਪਣੇ ਬਹਿਣ ਜੋਗਾ ਵੀ ਨਹੀਂ ਸੀ ਸਰੀਰ ਰਿਹਾ। ਤੇ ਬਾਬਾ ਜੀ ਅਜੀਤ ਸਿੰਘ ਜੀ ਨੂੰ ਬਚਿੱਤਰ ਸਿੰਘ ਨੂੰ ਆਪਣੇ ਘੋੜੇ ਤੇ ਆਪਣੇ ਨਾਲ ਬਿਠਾ ਕੇ ਕਮਰ ਕਸੇ ਤੇ ਬੰਨ੍ਹ ਕੇ ਲਿਆਏ ਸਨ। ਹਾਂਜੀ। ਸਿੰਘ ਉਹਦੇ ਰਿਪ ਰੋਕ ਲਿਓ ਪਟ ਲਾਖੋਂ ਆਯੁਧ ਆਨ ਚਲਾਏ। ਬਾਬਾ ਅਜੀਤ ਸਿੰਘ ਜੀ ਮਹਾਰਾਜ 10ਵੇਂ ਪਾਤਸ਼ਾਹ ਨੂੰ ਪਿਛਲੀ ਗੱਲ ਸੁਣਾ ਰਹੇ ਨੇ ਕਿ ਮਹਾਰਾਜ ਜੀ ਪਿਤਾ ਜੀ ਪਿੱਛੇ ਦੁਸ਼ਮਣ ਬਹੁਤ ਆ ਗਿਆ ਸੀ, ਮੈਂ ਉੱਥੇ ਲੜ ਰਿਹਾ ਸੀ। ਫਿਰ ਆਪ ਜੀ ਨੇ ਉਦੇ ਸਿੰਘ ਨੂੰ ਭੇਜ ਦਿੱਤਾ। ਉਦੇ ਸਿੰਘ ਨੇ ਲੱਖਾਂ ਦਾ ਮੁਕਾਬਲਾ ਕੀਤਾ।
ਬਾਬੇ ਉਹਦੇ ਸਿੰਘ ਨੇ ਤਾਂ ਕਮਾਲ ਹੀ ਕਰ ਦਿੱਤੀ ਹੈ। ਸ੍ਰੀ ਗੁਰਦੇਵ ਪਿਤਾ ਡਿਗ ਪਾਕਤ ਥੰਬ ਮਨੰਦ ਥਿਰਿਓ ਤਿਸ ਜਾਏ। ਗੁਰਦੇਵ ਪਿਤਾ ਕਲਗੀਧਰ ਜੀ ਦੇ ਕੋਲ ਸਾਹਿਬਜ਼ਾਦਾ ਅਜੀਤ ਸਿੰਘ ਜੀ ਪਿਛਲੀ ਗੱਲ ਸੁਣਾ ਰਹੇ ਨੇ। ਕਹਿੰਦੇ ਸਤਿਗੁਰੂ ਜੀ ਬਾਬਾ ਉਹਦੇ ਸਿੰਘ ਜੀ, ਭਾਈ ਉਹਦੇ ਸਿੰਘ ਜੀ ਥੰਬ ਦੀ ਤਰ੍ਹਾਂ ਖੜ ਗਏ, ਜਿਵੇਂ ਕੋਈ ਵੱਡਾ ਥੰਬ ਹੁੰਦਾ ਨਾ, ਰਣ ਥੰਬ, ਏਦਾਂ ਉਹਦੇ ਸਿੰਘ ਖੜ ਗਿਆ ਅੜ ਕੇ। ਤੀਰ ਪਖੇਰਿਪ ਤੀਰ ਦੇ ਬਹੁ ਵੀਰ ਗਏ ਖਪ ਕੈ ਸਮਦਾਏ। ਜਦੋਂ ਵੈਰੀ ਨੇੜੇ ਆਇਆ, ਤੀਰ ਪਿਖੇ ਬਹੁ, ਤੀਰ ਮੈਨੇ ਨੇੜੇ, ਤੀਰ ਪਿਖੇ ਬਹੁ, ਜਦੋਂ ਵੈਰੀ ਨੇੜੇ ਆਏ ਤੀਰ ਦਿਓ ਬਹੁ ਤੀਰ ਚਲਾ ਦਿੱਤੇ। ਇਹਨੂੰ ਯਮਕ ਅਲੰਕਾਰ ਕਹਿੰਦੇ ਆ। ਇੱਕੋ ਅੱਖਰ ਦੋ ਅਰਥਾਂ ਵਿੱਚ ਆਵੇ। ਤੀਰ, ਤੀਰ ਇਸ ਪੰਕਤੀ 'ਚ ਦੋ ਵਾਰੀ ਆਇਆ। ਤੀਰ ਪਿਖੇ ਰਿਪ ਤੀਰ ਦਿਓ ਬਹੁ, ਤੀਰ ਪਿਖੇ ਰਿਪ। ਰਿਪੂ ਕਹਿੰਦੇ ਵੈਰੀਆਂ ਨੂੰ, ਨੇੜੇ ਵੇਖੇ ਜਦੋਂ ਵੈਰੀ ਆਏ, ਤੀਰ ਦਏ ਬਹੁਤ ਸਾਰੇ ਤੀਰ ਦਿੱਤੇ ਉਹਨਾਂ ਨੂੰ, ਚਲਾ ਕੇ ਮਾਰੇ ਬਾਬੇ ਉਹਦੇ ਸਿੰਘ ਨੇ। ਹਾਂਜੀ। ਚਾਰ ਕੜੀ ਇੱਕ ਜਾਮ ਲਰਿਓ ਬਲ ਬਾਹਨ ਤੇ ਬਹੁ ਬੀਰਨ ਕੋ। ਚਾਰ ਘੜੀ ਯੁੱਧ ਹੋਇਆ ਤੇ ਚਾਰ ਘੜੀ ਇੱਕ ਪੈਰ, ਇੱਕ ਪੈਰ ਤੇ ਚਾਰ ਘੜੀਆਂ, ਕਿੰਨੇ ਬਣ ਗਏ? 4.5 ਘੰਟੇ ਲਗਭਗ ਬਣ ਗਏ। ਇੰਨਾ ਸਮਾਂ ਉਹਦੇ ਸਿੰਘ ਲੜਦਾ ਰਿਹਾ ਤੇ ਬੜਾ ਬਹਾਦਰੀ ਨਾਲ ਲੜਿਆ। ਬੀਦਤ ਗੇਰਤ ਟੇਰਤ ਹੈ ਅਰ ਜਾਚਤ ਕੇਤਕ ਨੀਰਨ ਕੋ। ਇਹ ਮਹਾਰਾਜ ਜੀ ਵੈਰੀਆਂ ਨੂੰ ਵਿੰਨ ਸੁੱਟਦਾ ਸੀ, ਉਹਦੇ ਮਾਰੇ ਹੋਏ ਹਾਏ ਹਾਏ ਕਰਦੇ ਪਾਣੀ ਮੰਗਦੇ ਸਨ, ਪਰ ਕੋਈ ਉਹਨਾਂ ਨੂੰ ਪਾਣੀ ਦੇਣ ਵਾਲਾ ਵੀ ਨਹੀਂ ਸੀ। ਹਿਰਤ ਹੈ ਮੁਖ ਟੇਰਤ ਹੈ ਮਿਲ ਕੇਰਤ ਹੈ ਚਾਹੇ ਪੀਰਨ ਕੋ। ਉਹ ਘੇਰ ਕੇ ਮਾਰਨਾ ਚਾਹੁੰਦੇ ਸੀ ਸਿੰਘਾਂ ਨੂੰ, ਪੀੜਾ ਦੇਣੀ ਚਾਹੁੰਦੇ ਸੀ, ਨਪੀੜਨਾ ਚਾਹੁੰਦੇ ਸੀ, ਪਰ ਉਹਨਾਂ ਦਾ ਵਸ ਬਾਬੇ ਉਹਦੇ ਸਿੰਘ ਤੇ ਚੱਲ ਨਹੀਂ ਸੀ ਰਿਹਾ। ਹੋਰ ਸਰੀਰਨ ਬੀਰਨ ਕੇ ਹੋਏ ਸ਼ੂਸ਼ਤ ਨੀ ਰਹਿ ਤੀਰਨ ਕੋ। ਵੈਰੀਆਂ ਦੇ ਨਾਲ ਲੜਦੇ ਹੋਏ ਉਹਦੇ ਸਿੰਘ ਦੇ ਤੀਰਾਂ ਦੇ ਪੱਥੇ ਮੁੱਕ ਗਏ। ਸਿੰਘਾਂ ਕੋਲੋਂ ਤੀਰ ਗੋਲੀਆਂ ਮੁੱਕ ਗਈਆਂ ਜਦੋਂ। ਮਿਆਨ ਤੇ ਖੈਂਚ ਕਿਰਪਾਨ ਲਈ ਬਲਵਾਨ ਮਹਾਦੇ ਵਿੱਚ ਲਾਈ। ਮਿਆਨ ਚੋਂ ਤੇਗ ਖਿੱਚ ਕੇ ਬਾਬਾ ਉਹਦੇ ਸਿੰਘ ਜੀ ਤਲਵਾਰ ਨਾਲ ਯੁੱਧ ਕਰਨ ਲੱਗ ਪਿਆ। ਜਦੋਂ ਤੀਰ ਮੁੱਕ ਗਏ ਤੇ ਵੈਰੀਆਂ ਨੂੰ ਵਿਚਲਾ ਦਿੱਤਾ ਉਸਨੇ। ਸ਼ੋਭ ਤੇ ਸ਼ਾਲ ਮਹਾ ਉਛਲੇ ਕਟ ਅੰਗ ਨੇ ਸੰਗ ਹੈ ਪੰਗ ਸਦਾਈ। ਬਾਬਾ ਉਹਦੇ ਸਿੰਘ ਛਾਲਾ ਮਾਰ ਪੈਂਦਾ ਸੀ ਬੈਰੀ ਨੂੰ। ਹੋਇ ਇੱਕ ਸੰਗ ਮਲੇਛ ਤੋ ਫੰਗ ਦਈ ਗਨ ਸ਼ੋਰ ਕਰੀ ਸਮਹਾਈ। ਬਹੁਤ ਸਾਰੇ ਮਲੇਸ਼ਾਂ ਨੇ ਇਕੱਠੀਆਂ ਹੀ ਗੋਲੀਆਂ ਚਲਾ ਕੇ ਉਹਦੇ ਸਿੰਘ ਨੂੰ ਮਾਰਨ ਦੀ ਕੋਸ਼ਿਸ਼ ਕੀਤੀ। ਪਲ ਮੈਂ ਲਾਗ ਬਿਸਾਲ ਗਈ ਫੂਰਕ ਟੈ 10 ਦਵਾਰ ਤਾਹਾਂ ਅੰਮ੍ਰਿਤ ਪਾਈ। ਮੱਥੇ 'ਚ ਗੋਲੀ ਲੱਗੀ, 10ਵੇਂ ਦੁਆਰ ਚੋਂ ਸਵਾਸ ਨਿਕਲੇ, ਭਾਈ ਉਹਦੇ ਸਿੰਘ ਜੀ ਸ਼ਹੀਦ ਹੋ ਗਏ। ਆਏ ਗਏ ਸਲਤਾ ਤਟ ਪੈ ਜਥ ਤੋ ਹਮ ਪੈ ਬੜ ਜੋਰ ਕੋ ਕਾਲਾ। ਅਸੀਂ ਲੜਦੇ ਪਿਤਾ ਜੀ ਸਰਸਾ ਦੇ ਤੱਕ ਆਏ ਹਾਂ। ਸਰਸਾ ਤੱਕ ਬੜੀ ਲੜਾਈ ਮਚੀ ਹੈ। ਮਾਰ ਕੈ ਤੀਰਨ ਬੇਦ ਸਰੀਰਨ ਬੀਰਨ ਕੇ ਬੜ ਹੇਲ ਕੋ ਚਾਲਾ। ਉੱਥੇ ਬੜੇ ਤੀਰ ਗੋਲੀਆਂ ਚੱਲੇ, ਬੜੇ ਹੱਲੇ ਉਹਨਾਂ ਤੁਰਕਾਂ ਨੇ ਪਹਾੜੀਆਂ ਨੇ ਕੀਤੇ, ਪਰ ਸਾਰੇ ਤੁਹਾਡੀ ਕਿਰਪਾ ਨਾਲ ਝੱਲ ਲਏ। ਜੀਵਨ ਸਿੰਘ ਮਰਿਓ ਤਹਿ ਠਾਂਗੁਲ ਕਾਲਗ ਕੈ ਪਦ ਪਾਏ ਬਿਸਾਲਾ। ਤੇ ਹੁਣੇ ਮਹਾਰਾਜ ਉੱਥੇ ਭਾਈ ਜੀਵਨ ਸਿੰਘ ਸ਼ਹੀਦ ਹੋ ਗਿਆ ਗੋਲੀਆਂ ਲੱਗ ਕੇ। ਉਹਦੇ ਨਾਲ ਕਈ ਸਿੰਘ ਹੋਰ ਸ਼ਹੀਦ ਹੋਏ ਨੇ ਸਰਸਾ ਦੇ ਕਿਨਾਰੇ ਤੇ। ਤਾਸ਼ਿਨ ਮੈਂ ਚੜ ਨਾਰ ਗਇਓ ਜਲ ਹੋਏ ਗੰਭੀਰ ਸਪੇਗ ਤੇ ਚਾਲਾ। ਮਹਾਰਾਜ ਜਦੋਂ ਆਪ ਜੀ ਲੰਘੇ ਹੋਵੋਗੇ ਉਦੋਂ ਵੀ ਪਾਣੀ ਹੋਣਾ, ਪਰ ਜਦੋਂ ਅਸੀਂ ਪਹੁੰਚੇ ਹਾਂ ਤਾਂ ਦਰਿਆ ਬਹੁਤ ਜ਼ਿਆਦਾ ਚੜ ਗਿਆ ਸੀਗਾ। ਪਾਣੀ ਦਰਿਆ ਦਾ ਠਾਠਾ ਮਾਰਨ ਲੱਗ ਪਿਆ ਤੇ ਬਹੁਤ ਸਾਰੇ ਘੋੜਿਆਂ ਦੇ ਵੀ ਪੈਰ ਉਖੜ ਗਏ। ਕੇਤਕ ਸਿੰਘ ਗਏ ਬਹਿ ਵਿੱਚ ਚੀਨ ਹੀ ਚੀਨ ਤੇ ਆਏ ਉਰਾਰਾ। ਬੜੀ ਮੁਸ਼ਕਲ ਨਾਲ ਅਸੀਂ ਕੁਝ ਸਿੰਘ ਪਾਰ ਲੰਘੇ ਆ, ਕਈ ਸਿੰਘ ਤਾਂ ਨਦੀ ਦੇ ਵਿੱਚੇ ਰੁੜ ਗਏ ਹਨ। ਸ੍ਰੀ ਪ੍ਰਭ ਜੀ ਅਬ ਆਪ ਸੁਨੋ ਦਲ ਆਏ ਕਨੋ ਜਹ ਵਾਰ ਨਾ ਪਾਰਾ। ਇਹ ਮਹਾਰਾਜ ਜੀ ਹੁਣ ਆਪ ਸੁਣੋ, ਬਹੁਤ ਸਾਰੀ ਦੁਸ਼ਮਣ ਦੀ ਭਾਰੀ ਫੌਜ
ਆਪ ਜੀ ਦਾ ਪਿੱਛਾ ਕਰਦੀ ਆ ਰਹੀ ਹੈ, ਕੋਈ ਅੰਤ ਨਹੀਂ ਹੈ। ਦੇਰ ਕਰੋ ਨਹਿ ਆਪ ਉਲੰਘ ਹੋ ਤੂਰਨ ਤਾ ਕਰ ਕੈ ਬਲ ਪਾਰਾ। ਦੇਰੀ ਨਾ ਕਰੋ ਮਹਾਰਾਜ, ਹੁਣ ਛੇਤੀ ਨਾ ਲੰਘ ਚਲੀਏ, ਦੁਸ਼ਮਣ ਦੇ ਘੇਰੇ ਵਿੱਚੋਂ ਬਾਹਰ ਹੋ ਜਾਈਏ। ਜੋ ਸੁਨ ਕੈ ਸਲਤਾ ਜਲ ਕੋ ਤਬ ਕੋਪ ਤੈ ਸ੍ਰੀ ਗੁਰ ਸਰਾਪ ਉਚਾਰਾ। ਇਹ ਬਚਨ ਸੁਣ ਕੇ ਮਹਾਰਾਜ ਸਰਸਾ ਨਦੀ ਨੂੰ ਗੁੱਸੇ 'ਚ ਆ ਕੇ ਸਰਾਪ ਦਿੱਤਾ ਹੈ। ਸਰਸਾ ਨਾਰਾ ਬੜਿਓ ਗੁਰ ਮਾਰਾ ਲਹਿਓ ਇਹ ਔਸਰ ਨੀਰ ਬਡਾਇਓ। ਮਹਾਰਾਜ ਕਹਿੰਦੇ ਸਰਸਾ ਨਾਰਾ ਬੜੋ ਗੁਰੂ ਮਾਰਾ। ਇਹ ਬਚਨ ਅੱਜ ਤਾਈਂ ਪ੍ਰਸਿੱਧ ਹੈ। ਸਰਸਾ ਨਾਲਾ ਗੁਰੂ ਮਾਰਿਆ ਹੈ, ਗੁਰੂ ਦਾ ਸਰਾਪ ਹੈ। ਪੁਰਾਤਨ ਸਿੰਘ ਜਦੋਂ ਸਾਧ ਸੰਗਤ ਜੀ, ਹੁਣ ਤਾਂ ਟ੍ਰੇਨਾਂ ਗੱਡੀਆਂ ਬੱਸਾਂ 'ਚ ਜਾਈਦਾ ਹੈ, ਪਹਿਲਾਂ ਪੈਦਲ ਜਾਂਦੇ ਸੀ ਜਾਂ ਘੋੜਿਆਂ ਤੇ ਜਾਈਦੇ ਸੀ। ਤੇ ਜਦੋਂ ਨਦੀ 'ਚੋਂ ਲੰਘਣਾ ਨਾ, ਸਿੰਘਾਂ ਨੇ 5-5 ਜੁੱਤੀਆਂ ਉੱਥੇ ਮਾਰ ਕੇ ਜਾਣਾ। ਇਹ ਪੁਰਾਣੇ ਸਿੰਘ ਅਸੀਂ ਆਪ ਵੀ ਦੇਖਿਆ ਛੋਟੇ ਹੁੰਦਿਆਂ, ਵੀ ਜਿਹੜੇ ਪੈਦਲ ਜਾਂ ਘੋੜਿਆਂ ਤੇ ਜਾਂਦੇ ਸੀ ਨਾ, ਉਹ ਨਦੀ 'ਚ ਅਜੇ ਦਲ ਵਾਲੇ ਅਜੇ ਵੀ ਮਾਰ ਕੇ ਜਾਂਦੇ। ਜਦੋਂ ਦਲ ਲੰਘਦੇ ਨਾ, ਉਹ ਤੇ ਪੈਦਲ ਹੀ ਹੁੰਦੇ ਜਾਂ ਘੋੜਿਆਂ ਤੇ ਹੁੰਦੇ। ਉਹ 5-5 ਜੁੱਤੀਆਂ ਸਿੰਘ ਜਿਹੜੇ ਆ, ਉਹ ਨਦੀ ਨੂੰ ਦੇ ਪੱਥਰਾਂ ਦੇ ਉੱਤੇ ਮਾਰ ਕੇ ਅਜੇ ਵੀ ਗੁੱਸਾ ਕੱਢਦੇ ਆ ਆਪਣਾ, ਵੀ ਤੂੰ ਸਾਡਾ ਰਾਹ ਰੋਕਿਆ ਸੀਗਾ। ਸਰਸਾ ਨਾਲਾ ਬੜੋ ਗੁਰ ਮਾਰਾ, ਗੁਰੂ ਦਾ ਮਾਰਿਆ ਇਹ ਸਰਸਾ ਹੈ। ਹਾਂਜੀ ਹੈ ਅਬ ਲੋ ਇਹ ਬਾਤ ਪ੍ਰਸਿੱਧ, ਗੁਰੂ ਮੁਖ ਤੇ ਜਿਮ ਸ਼ਰਾਪ ਅਲਾਇਓ। ਭਾਈ ਸੰਤੋਖ ਸਿੰਘ ਜੀ ਕਹਿੰਦੇ ਮਹਾਰਾਜ ਦੇ ਬਚਨ ਅੱਜ ਤਾਈਂ ਪ੍ਰਸਿੱਧ ਹਨ। ਪੰਥ ਮੰਨਦਾ ਹੈ ਤੇ ਉੱਥੇ ਜੁੱਤੀਆਂ ਮਾਰ ਕੇ ਲੰਘਦੇ ਹਨ। ਆਲਮ ਸਿੰਘ ਤਬੈ ਕਰ ਜੋਰਤ, ਦੀਨ ਬਨਿਓ ਹਿਤ ਬਾਕਸ ਨਾਇਓ। ਭਾਈ ਆਲਮ ਸਿੰਘ ਜੀ ਮਹਾਰਾਜ ਦੇ ਗੜਵਈ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸੇਵਾਦਾਰ ਹੱਥ ਜੋੜ ਕੇ ਬੇਨਤੀ ਕਰਨ ਲੱਗੇ। ਸਿੰਘ ਅਜੀਤ ਮੇਲੇ ਅਬ ਆਏ, ਕੈ ਪਾਛੇ ਰਹਿਓ ਸੋ ਮਰਿਓ ਰਨ ਪਾਇਓ। ਮਹਾਰਾਜ ਕਹਿੰਦੇ, ਬਾਬਾ ਆਲਮ ਸਿੰਘ ਜੀ ਕਹਿੰਦੇ, ਹੇ ਮਹਾਰਾਜ ਜੀ ਸੱਚੇ ਪਾਤਸ਼ਾਹ ਜੀ, ਸਾਹਿਬਜ਼ਾਦਾ ਅਜੀਤ ਸਿੰਘ ਜੀ ਆ ਗਏ ਨੇ। ਜਿਹੜੇ ਸਿੰਘ ਪਿੱਛੇ ਰਹਿ ਗਏ ਉਹਨਾਂ ਦੀ ਹੁਣ ਉਡੀਕ ਨਾ ਕਰੀਏ, ਉਹ ਲਗਭਗ ਸ਼ਹੀਦੀਆਂ ਪਾ ਚੁੱਕੇ ਹੈ। ਜਿਹੜੇ ਕੁਝ ਪਾਰ ਲੰਘਣ ਲੱਗੇ ਨਦੀ 'ਚ ਰੁੜ ਗਏ, ਉਹਨਾਂ ਨੇ ਵੀ ਹੁਣ ਆਉਣਾ ਕੋਈ ਨਹੀਂ। ਤੇ ਜਿਹੜੇ ਗੋਲੀਆਂ ਲੱਗ ਕੇ ਸ਼ਹੀਦ ਹੋ ਗਏ, ਉਹਨਾਂ ਨੇ ਵੀ ਕੋਈ ਨਹੀਂ ਆਉਣਾ। ਮਹਾਰਾਜ ਹੁਣ ਪਿੱਛੇ ਦੀ ਉਡੀਕ ਨਾ ਕਰੋ ਤੇ ਛੇਤੀ ਲੰਘ ਚਲੀਏ। ਆਪ ਤੋ ਰੰਗਤ ਵਾਏ ਚਲੋ ਥਿਰ, ਸਿੰਘ ਰਹਿ ਰਿਪ ਰੋਕਨ ਕੋ। ਆਪ ਜੀ ਇੱਥੋਂ ਨਿਕਲ ਜਾਓ। ਬਾਬਾ ਆਲਮ ਸਿੰਘ ਜੀ ਮਹਾਰਾਜ ਦੇ ਗੜਵਈ ਕਹਿ ਰਹੇ, ਸੱਚੇ ਪਾਤਸ਼ਾਹ ਜੀ ਆਪ ਘੋੜਾ ਦੌੜਾ ਕੇ ਜਿੰਨੀ ਛੇਤੀ ਹੁੰਦਾ ਦੁਸ਼ਮਣ ਦੇ ਘੇਰੇ 'ਚੋਂ ਬਾਹਰ ਹੋ ਜਾਓ। ਅਸੀਂ ਸਾਰੇ ਸਿੰਘ ਇੱਥੇ ਵੈਰੀ ਦਾ ਮੁਕਾਬਲਾ ਕਰਨ ਲਈ, ਰੋਕਣ ਲਈ, ਦੁਸ਼ਮਣ ਨੂੰ ਭੁਲੇਖਾ ਪਾਉਣ ਲਈ ਇੱਥੇ ਖੜਾਂਗੇ, ਲੜਾਂਗੇ। ਜਿੰਨਾ ਚਿਰ ਸਾਡੇ ਸਰੀਰ 'ਚ ਪ੍ਰਾਣ ਰਹੇ ਅਸੀਂ ਦੁਸ਼ਮਣ ਨੂੰ ਅੱਗੇ ਨਹੀਂ ਵਧਣ ਦਿਆਂਗੇ। ਤੁਸੀਂ ਉਹਨੇ ਵਿੱਚ ਜਿੰਨਾ ਦੂਰ ਨਿਕਲ ਜਾਓਗੇ ਓਨਾ ਹੀ ਭਲਾ ਹੈ। ਹਾਂਜੀ ਪੰਥ ਕੇ ਮੂਲ ਅਹੋ ਨਿਕਸੋ ਪਨ, ਸਿੰਘ ਬਨਾਏ ਅਨੇਕਨ ਕੋ। ਪੰਥ ਕੇ ਮੂਲ ਅਹੋ, ਪੰਥ ਦੀ ਤੁਸੀਂ ਜੜ ਹੋ। ਜੇ ਜੜ ਬਚ ਜਾਵੇ ਤੇ ਦਰਖਤ ਫਿਰ ਹਰਾ ਹੋ ਜਾਂਦਾ ਹੈ। ਉੱਤੋਂ ਸਾਰਾ ਦਰਖਤ ਛਾਂਗ ਦਿਓ, ਵੱਢ ਦਿਓ, ਜੇ ਜੜ ਨਹੀਂ ਨਾ ਪੁੱਟੀ ਗਈ ਉਹ ਫਿਰ ਉੱਗ ਪੈਂਦਾ। ਤੇ ਜੇ ਜੜ ਵੱਢੀ ਜਾਵੇ ਫਿਰ ਕੁਛ ਨਹੀਂ ਹੋ ਸਕਦਾ। ਆਪ ਜੀ ਨਿਕਲ ਜਾਓ, ਪੁਨ ਸਿੰਘ ਬਣਾਏ ਅਨੇਕਨ ਕੋ। ਤੁਸੀਂ ਜਿੱਧਰ ਵੀ ਚਲੇ ਗਏ ਮਹਾਰਾਜ, ਮਾਝੇ ਮਾਲਵੇ ਦੁਆਬੇ 'ਚ ਕਿੱਧਰ ਵੀ ਚਲੇ ਗਏ, ਉੱਥੇ ਹੀ ਹਜ਼ਾਰਾਂ ਸਿੰਘ ਪੈਦਾ ਕਰ ਦਿਓਗੇ ਸਾਡੇ ਵਰਗੇ। ਇਸ ਕਰਕੇ ਤੁਸੀਂ ਨਿਕਲ ਜਾਓ ਤੇ ਅਸੀਂ ਇੱਥੇ ਲੜ ਕੇ ਸ਼ਹੀਦੀਆਂ ਪਾਵਾਂਗੇ। ਜੇ ਹਮ ਸੇ ਮਰ ਜਾਹੇ ਕਨੇ ਬਹੁ, ਫਿਰ ਬਨੇ ਤਜ ਸ਼ੋਕਨ ਕੋ। ਸਾਡੇ ਵਰਗੇ ਜੇ ਸ਼ਹੀਦ ਹੋ ਗਏ ਤੇ ਸਾਡੇ ਵਰਗੇ ਤੁਸੀਂ ਲੱਖਾਂ ਬਣਾ ਦੇ। ਕੈਸੇ ਸਨ ਭਾਈ ਆਲਮ ਸਿੰਘ ਜੀ। ਹਾਂਜੀ ਅੱਜ ਕੌਣ ਕਹਿੰਦਾ ਮੈਂ ਮਰਾਂ ਤੇ ਪੰਥ ਵਸੇ। ਉਹ ਸਿੰਘ ਕਮਾਲ ਦੇ ਸਨ। ਸਾਧ ਸੰਗਤ ਜੀ ਸੱਚਖੰਡ ਤੋਂ ਹੀ ਆਏ ਸਨ ਮਹਾਰਾਜ ਦੇ ਨਾਲ। ਮਹਾਰਾਜ ਕਹਿੰਦੇ ਮਹਾਰਾਜ ਤੁਸੀਂ ਤੇ ਹੋਰ ਸਿੰਘ ਬਣਾ ਲੈਣੇ ਆ, ਆਪ ਨਿਕਲ ਜਾਓ, ਅਸੀਂ ਇੱਥੇ ਵੈਰੀ ਦਾ ਮੁਕਾਬਲਾ ਕਰਾਂਗੇ। ਸ੍ਰੀ ਪ੍ਰਭ ਜੀਵੋ ਅੰਮ੍ਰਿਤ ਪੀਵੋ, ਨਾ ਬਿਗੜੈ ਸਿੱਖ ਲੋਕਨ ਕੋ। ਇਹ ਮਹਾਰਾਜ ਜੀ ਤੁਸੀਂ ਕਿਰਪਾ ਕਰੋ, ਸਦਾ ਹੀ ਜਿਉਂਦੇ ਰਹੋ, ਅੰਮ੍ਰਿਤ ਵੰਡਦੇ ਰਹੋ, ਖਾਲਸਾ ਪੰਥ ਗੱਜਦਾ ਰਵੇ, ਸਦਾ ਹੀ ਨਿਸ਼ਾਨ ਝੂਲਦੇ ਰਹਿਣ। ਸਾਡੀ ਇਹੀ ਤਮੰਨਾ ਹੈ, ਇਹੀ ਆਰਜ਼ੂ ਹੈ। ਫਿਰ ਦਇਆ ਸਿੰਘ ਸਾਹਿਬ ਸਿੰਘ ਮੇਲੇ ਕਰ, ਜੁਰ ਉਚਾਰਿਤ ਹੈ। ਭਾਈ ਆਲਮ ਸਿੰਘ ਦੇ ਕੋਲ ਹੀ ਖੜੇ ਸਨ ਭਾਈ ਦਇਆ ਸਿੰਘ ਸਾਹਿਬ ਜੀ, ਪੰਜਾਂ ਪਿਆਰਿਆਂ ਦੇ ਜਥੇਦਾਰ।
ਭਾਈ ਸਾਹਿਬ ਸਿੰਘ ਜੀ ਪੰਜਾਂ ਪਿਆਰਿਆਂ ਵਿੱਚੋਂ ਸਾਰੇ ਸਿੰਘ ਹੱਥ ਜੋੜ ਕੇ ਕਹਿਣ ਲੱਗੇ, ਸ੍ਰੀ ਪ੍ਰਭ ਜੰਗਤ ਜੋ ਪ੍ਰਸਨਾਹਿਓ ਮਾਨਿਓ ਸਿੰਘ ਵਿਚਾਰਤ ਹੈ। ਮਹਾਰਾਜ ਹੁਣ ਸਾਡੇ ਸਾਰੇ ਸਿੰਘਾਂ ਦੀ ਬੇਨਤੀ ਮੰਨੋ, ਜੰਗ ਛੱਡੋ ਤੇ ਨਿਕਲੋ, ਜਿੰਨਾ ਹੁੰਦਾ ਛੇਤੀ ਤੇ ਛੇਤੀ ਆਪ ਜੀ ਦੁਸ਼ਮਣ ਦੇ ਘੇਰੇ ਤੋਂ ਬਾਹਰ ਹੋ ਜਾਓ। ਇਹੀ ਰਣਨੀਤੀ ਹੈ, ਇਹੀ ਰਾਜਨੀਤੀ ਹੈ, ਇਹੀ ਧਰਮ ਨੀਤੀ ਹੈ। ਹੁਣ ਤੁਸੀਂ ਮਹਾਰਾਜ ਜਿੱਦ ਨਾ ਕਰੋ ਲੜਨ ਦੀ, ਹੁਣ ਸਿੰਘਾਂ ਨੂੰ ਲੜਨ ਦਿਓ। ਅਸੀਂ ਇੱਥੇ ਖੜ ਕੇ ਵੈਰੀ ਨੂੰ ਰੋਕਦੇ ਆ। ਜਿਹੜੇ ਸਿੰਘ ਤੁਸੀਂ ਨਾਲ ਲਿਜਾਣੇ ਨਾਲ ਲੈ ਜਾਓ, ਜਿਹੜੇ ਸਿੰਘ ਛੱਡਣੇ ਇੱਥੇ ਮੈਦਾਨ ਵਿੱਚ ਛੱਡ ਜਾਓ। ਰਾਵਰ ਤੇ ਹੋਏ ਲਾਖੋਂ ਫਿਰ ਅਹੋ ਸਭ ਮੂਲ ਸਿਧਾਰਤ ਹੈ। ਆਪ ਜੀ ਮੋਢੋ ਨਾ ਪੰਥ ਦੇ, ਆਪ ਪੰਥ ਕੇ ਮੂਲ ਹੋ, ਨਿਕਸੋ ਬਚਮਾਨ। ਬਚਨ ਮੰਨ ਕੇ ਸਾਡਾ ਨਿਕਲ ਜਾਓ। ਤੁਹਾਡੇ ਬਚਨ ਨਾਲ ਤੁਹਾਡੀ ਇੱਕ ਜਾਨ ਲੱਖਾਂ ਸਿੰਘ ਪੈਦਾ ਕਰ ਦੇਵੇਗੀ। ਮਹਾਰਾਜ ਸਾਰੇ ਪਾਸੇ ਖਾਲਸਾ ਪੰਥ ਫਿਰ ਪ੍ਰਗਟ, ਆਪ ਇੱਥੇ ਸ਼ਹੀਦ ਹੋ ਗਏ, ਖਾਲਸਾ ਪੰਥ ਸਦਾ ਲਈ ਖਤਮ ਹੋ ਜਾਏਗਾ। ਇਸ ਕਰਕੇ ਆਪ ਜੀ ਦੀ ਜਾਨ ਸਲਾਮਤੀ ਚਾਹੀਦੀ ਹੈ। ਆਪ ਜੀ ਘੇਰੇ ਚੋਂ ਜ਼ਰੂਰ ਨਿਕਲੋ। ਆਪ ਕਹੋ ਜਹ ਪੁੰਜ ਥੇ ਰਹਿ ਹਮ ਰੋਕੈ ਹੈ ਸ਼ਤਰ ਸੰਗਾਰਤ ਹੈ। ਭਾਈ ਦਇਆ ਸਿੰਘ, ਸਾਹਿਬ ਸਿੰਘ ਆਦਿਕ, ਭਾਈ ਆਲਮ ਸਿੰਘ, ਸਾਰੇ ਸਿੰਘ ਕਹਿ ਰਹੇ ਮਹਾਰਾਜ ਜੀ ਜਿੱਥੇ ਕਹੋ ਅਸੀਂ ਉੱਥੇ ਖੜ ਕੇ ਲੜਨ ਨੂੰ ਤਿਆਰ ਹਾਂ। ਜਿੱਥੇ ਸਾਨੂੰ ਕਹੋਗੇ ਵੀ ਇੱਥੇ ਮੋਰਚਾ ਬੰਦੀ ਕਰ ਲਓ, ਅਸੀਂ ਉੱਥੇ ਹੀ ਕਰ ਲਾਂਗੇ, ਪਰ ਤੁਸੀਂ ਨਿਕਲ ਜਾਓ। ਸਾਨੂੰ ਬਸ ਹੁਕਮ ਕਰ ਦਿਓ, ਅਸੀਂ ਆਪੇ ਲੜਾਂਗੇ, ਆਪੇ ਦੁਸ਼ਮਣ ਦੇ ਰਾਹ ਰੋਕਾਂਗੇ ਔਰ ਦੁਸ਼ਮਣ ਦੇ ਦੰਦ ਖੱਟੇ ਕਰਾਂਗੇ। ਜਿੰਨਾ ਚਿਰ ਸਰੀਰ 'ਚ ਪ੍ਰਾਣ ਰਹੇ ਅਸੀਂ ਲੜੀ ਜਾਵਾਂਗੇ। ਆਪ ਜੀ ਸਾਡੇ ਸ਼ਹੀਦੀ ਹੋਣ ਤੋਂ ਦੂਰ ਨਿਕਲ ਜਾਓ। ਹਾਂਜੀ। ਬਾਰ ਹੀ ਬਾਰ ਬਨੈ ਬਹੁ ਬੋਲਤ ਬੀਰਨ ਬਾਤ ਕੋ ਮਾਨ ਗੋਸਾਈ। ਬਾਰ-ਬਾਰ ਸਿੰਘ ਕਹਿੰਦੇ ਮਹਾਰਾਜ ਛੇਤੀ ਕਰੋ, ਰੁਕੋ ਨਾ, ਨਿਕਲ ਚੱਲੋ, ਕਿਉਂਕਿ ਪਿਛਲਿਆਂ ਦੀ ਹੁਣ ਉਡੀਕ ਨਾ ਕਰੋ। ਪਿੱਛੇ ਜਿਹੜੇ ਰਹਿ ਗਏ ਨਾ ਉਹ ਆਉਣੇ ਕੋਈ ਨਹੀਂ। ਪਤਾ ਲੱਗ ਗਿਆ, ਸਾਹਿਬਜ਼ਾਦਾ ਅਜੀਤ ਸਿੰਘ ਨੇ ਖਬਰ ਦੇ ਦਿੱਤੀ ਨਾ ਆ ਕੇ ਵੀ ਭਾਈ ਉਦੈ ਸਿੰਘ ਵੀ ਸ਼ਹੀਦ ਹੋ ਗਿਆ, ਉਹਦੇ ਨਾਲ 50 ਸਿੰਘ ਸੀ ਸ਼ਾਹੀ ਟਿੱਬੀ ਤੇ ਹੋ ਗਏ। ਜਿਹੜੇ ਸਾਡੇ ਨਾਲ ਦੇ ਸੀਗੇ ਉਹ ਜੀਵਨ ਸਿੰਘ ਦੇ ਨਾਲ ਉੱਥੇ ਸਰਸਾ ਤੇ ਸ਼ਹੀਦ ਹੋ ਗਏ। ਕੁਝ ਸਿੰਘ ਨਦੀ 'ਚ ਰੁੜ ਗਏ, ਕੁਝ ਮੇਰੇ ਨਾਲ ਆ ਗਏ। ਸਾਰੀ ਗੱਲ ਜਿਹੜੀ ਮੋਟੀ ਮੋਟੀ ਸੀ ਖਬਰ ਉਹ ਅਜੀਤ ਸਿੰਘ ਨੇ ਸੁਣਾ ਦਿੱਤੀ ਮਹਾਰਾਜ ਨੂੰ। ਹੁਣ ਸਾਰੇ ਸਿਆਣੇ ਸਿੰਘ ਕਹਿੰਦੇ ਮਹਾਰਾਜ ਹੁਣ ਪਿੱਛੇ ਦੀ ਉਡੀਕ ਨਾ ਕਰੋ, ਜੋ ਪਿੱਛੇ ਹੋਣਾ ਸੀ ਹੋ ਚੁੱਕਾ, ਹੁਣ ਤਾਂ ਅੱਗੇ ਦੀ ਸੋਚੋ। ਸ੍ਰੀ ਗੁਜਰੀ ਵਿੱਚ ਸਿਅੰਦਨ ਕੇ ਜੁਗ ਨੰਦਨ ਨੰਦ ਕੇ ਸੰਗ ਚੜਾਈ। ਸਾਧ ਸੰਗਤ ਜੀ, ਮਾਤਾ ਗੁਜਰੀ ਜੀ ਰੱਥ ਵਿੱਚ ਸਵਾਰ ਸਨ। ਉਹਨਾਂ ਦੇ ਨਾਲ 2 ਸਾਹਿਬਜ਼ਾਦੇ ਛੋਟੇ ਬਾਬਾ ਜੋਰਾਵਰ ਸਿੰਘ ਸਾਹਿਬ ਜੀ, ਧੰਨ ਧੰਨ ਬਾਬਾ ਫਤਿਹ ਸਿੰਘ ਸਾਹਿਬ ਜੀ ਸਨ। ਤਾਹੇ ਸੋ ਪਾਖ ਕਰੀ ਸਮਝਾਵਨ ਲੈ ਅਗਵਾਨ ਚਲੋ ਸਹਸਾਈ। ਉਹ ਮਾਤਾ ਦੇ ਰੱਥ ਵਾਲੇ ਨੂੰ ਕਿਹਾ ਵੀ ਤੂੰ ਅੱਗੇ ਲੈ ਚੱਲ ਰੱਥ, ਤੁਰੀ ਚੱਲ ਛੇਤੀ ਨਾਲ। ਏਕ ਦੋ ਰਾਤ ਕਹੂੰ ਬਿਸ ਕਹਿ ਤਟ ਸੋ ਦਰਬ ਕੋ ਗਮਨੋ ਪਿਕ ਥਾਈ। ਮਾਤਾ ਨੂੰ ਮਹਾਰਾਜ ਕਹਿਤਾ ਮਾਤਾ ਜੀ ਤੁਸੀਂ 1-2 ਰਾਤ ਕਿਤੇ ਗੁਪਤ ਰਹਿਣਾ, ਤੇ ਉਸ ਤੋਂ ਬਾਅਦ ਜਦੋਂ ਥੋੜਾ ਜਿਹਾ ਠੰਡ ਠੰਡੋਲਾ ਹੋ ਜਾਵੇ, ਦਰਿਆ ਸਤਲੁਜ ਦੇ ਕਿਨਾਰੇ ਕਿਨਾਰੇ ਲੁਧਿਆਣੇ ਵਾਲੇ ਪਾਸਿਓਂ ਦੀ ਤੁਸੀਂ ਇੱਧਰ ਚਲੇ ਜਾਣਾ, ਜੰਗਲ ਦੇਸ਼ ਬਠਿੰਡੇ ਦੇ ਇਲਾਕੇ ਵਿੱਚ। ਹਾਂਜੀ। ਸੋਰਠਾ ਦਿੱਲੀ ਕੋ ਬਸਨੀਕ ਏਕ ਸਿੱਖ ਲਸ਼ਕਰ ਬਿਖੈ। ਉੱਥੇ ਇੱਕ ਸਿੰਘ ਭਾਈ ਭਾਗ ਸਿੰਘ ਕਰਕੇ ਕਹਿੰਦੇ ਦਿੱਲੀ ਦਾ ਰਹਿਣ ਵਾਲਾ, ਤੁਰਕਾਂ ਦੀ ਫੌਜ ਦੇ ਤੇ ਸਿੰਘਾਂ ਦੀ ਫੌਜ ਦੇ ਵਿੱਚ ਜਿੱਥੇ ਜੰਗ ਹੋ ਰਿਹਾ ਸੀ ਉੱਥੇ ਮਹਾਰਾਜ ਦੇ ਨਾਲ ਸੀਗਾ ਗੁਰੂ ਦੀ ਫੌਜ ਦੇ ਵਿੱਚ, ਜਿਹਦਾ ਨਾਮ ਸੀ ਭਾਗ ਸਿੰਘ। ਔਚਕ ਆਏ ਨਜੀਕ ਕਰੀ ਚਰਨ ਗੁਰ ਬੰਦਨਾ। ਉਹ ਭਾਗ ਸਿੰਘ ਅਚਾਨਕ ਹੀ ਆ ਗਿਆ ਤੇ ਉਹਨੇ ਆ ਕੇ ਸ੍ਰੀ ਗੁਰੂ ਕਲਗੀਧਰ ਜੀ ਮਹਾਰਾਜ ਦੇ ਚਰਨਾਂ ਤੇ ਮੱਥਾ ਟੇਕਿਆ। ਕਹੋ ਆਪ ਕੁਛ ਕਾਜ ਜੋ ਮੋਤੇ ਕੁਛ ਬੀਨ ਸਕੈ। ਬਣ ਸਕੈ। ਕਹਿਣ ਲੱਗਾ ਮਹਾਰਾਜ ਜੀ ਕੋਈ ਕੰਮ ਦੱਸੋ, ਕੋਈ ਸੇਵਾ ਮੈਂ ਵੀ ਕਰ ਸਕਦਾ। ਉਹ ਦਿੱਲੀ ਦਾ ਰਹਿਣ ਵਾਲਾ ਸਿੱਖ ਸੀ। ਦਿੱਲੀ 'ਚ ਬਹੁਤ ਸੰਗਤ, ਮਹਾਰਾਜ ਗੁਰੂ ਨਾਨਕ ਸਾਹਿਬ ਜਦੋਂ ਦਿੱਲੀ 'ਚ ਗਏ ਨਾ ਉਦੋਂ ਤੋਂ ਸਿੱਖੀ ਦਾ ਬੂਟਾ ਦਿੱਲੀ 'ਚ ਲੱਗਿਆ। ਸਾਧ ਸੰਗਤ, ਦਿੱਲੀ ਦੇ ਵਿੱਚ ਸਿੱਖ ਜਿਹੜੇ ਰਹਿੰਦੇ ਆ ਉਹਨਾਂ ਦੇ ਵਿੱਚੋਂ ਕੋਈ ਸਿੰਘ ਸੀਗਾ, ਉਹ ਕਹਿੰਦਾ ਵੀ ਮੈਨੂੰ ਦੱਸੋ ਮਹਾਰਾਜ ਕੋਈ ਸੇਵਾ, ਮੈਂ ਕੋਈ ਸੇਵਾ ਕਰ ਸਕਦਾ। ਹਾਂਜੀ। ਰਾਜਨ ਕੇ ਮਹਾਰਾਜ ਸਕਲ ਕਲਾ ਸਮਰੱਥ ਤੁਮ। ਤੁਸੀਂ ਰਾਜਿਆਂ ਦੇ ਰਾਜੇ, ਮਹਾਰਾਜਿਆਂ ਦੇ ਮਹਾਰਾਜੇ, ਸਰਬ ਕਲਾ ਸਮਰੱਥ ਹੋ ਮੇਰੇ ਸੱਚੇ ਪਾਤਸ਼ਾਹ ਜੀ। ਕਿਰਪਾ ਕਰੋ ਗਰੀਬ ਨਵਾਜ਼ ਜੀ,
ਮੇਰਾ ਕਰੋ, ਆਗਿਆ ਕਰੋ, ਮੈਂ ਕੋਈ ਸੇਵਾ ਕਰਾਂ। ਸੀ ਮੁਖ ਤੇ ਕਹਿ ਤਾਹੇ ਨੀਕ ਕੀ ਅਵਸਰ ਮਹਿ ਮਿਲਿਓ। ਮਹਾਰਾਜ ਕਲਗੀਧਰ ਕਹਿਣ ਲੱਗੇ, ਭਾਈ ਗੁਰਮੁਖਾ ਬੜੇ ਚੰਗੇ ਸਮੇਂ ਆ ਕੇ ਮਿਲਿਆ ਹੈ। ਜਾਤ ਬਹੀਰੈ ਮਾਹੇ ਜੁਗ ਡੋਰੇ ਤਿਨ ਸੋ ਮਿਲੋ। ਮਹਾਰਾਜ ਕਹਿੰਦੇ ਸਾਡੇ ਦੋ ਮਹਿਲ, ਮਾਤਾ ਸੁੰਦਰੀ ਜੀ, ਮਾਤਾ ਸਾਹਿਬ ਦੇਵਾਂ ਜੀ, ਉਹ ਵਹੀਰ ਦੇ ਵਿੱਚ ਜਾ ਰਹੇ ਨੇ, ਉਹਨਾਂ ਨੂੰ ਜਾ ਕੇ ਮਿਲੋ। ਪੁਨ ਰੋਪਰ ਕੇ ਬੀਚ ਤਿਸ ਕੇ ਸਦਨ ਉਤਾਰ ਦੇਹੋ। ਔਰ ਉਹਨਾਂ ਨੂੰ ਲੈ ਕੇ ਰੋਪੜ ਕਿਸੇ ਘਰ ਦੇ ਵਿੱਚ ਰਾਤ ਕੱਟ ਲਓ ਜਾਂ ਦਿਨ ਕੱਟ ਲਓ। ਦਿਨ ਦਾ ਜ਼ਿਆਦਾ, ਦਿਨ ਚੜ੍ਹਨ ਵਾਲਾ ਸੀਗਾ। ਮਹਾਰਾਜ ਕਹਿੰਦੇ ਰੋਪੜ ਕਿਸੇ ਦੇ ਘਰ ਉਤਾਰਾ ਕਰਾ ਲਓ, ਕਿਸੇ ਗੁਰਮੁਖ ਸਿੱਖ ਦੇ ਘਰ। ਰਖੈ ਊਚ ਨਹਿ ਨੀਚ ਨਹਿ ਸਕਾਂ ਚਿਤ ਧਾਰੀਐ। ਮਹਾਰਾਜ ਕਹਿੰਦੇ ਸ਼ੰਕਾ ਨਾ ਕਰੀ, ਤੈਨੂੰ ਕੋਈ ਦੇਖ ਨਹੀਂ ਸਕੇਗਾ, ਕਿਸੇ ਨੂੰ ਪਤਾ ਨਹੀਂ ਲੱਗੇਗਾ ਵੀ ਕੌਣ ਹੋ, ਕਿਵੇਂ ਹੋ। ਤੁਸੀਂ ਰੱਥ ਸਮੇਤ ਮਹਿਲਾਂ ਨੂੰ ਡੋਲਿਆਂ ਚੋਂ ਲੈ ਕੇ, ਮੈਂ ਮਾਤਾ ਸੁੰਦਰੀ, ਮਾਤਾ ਸਾਹਿਬ ਦੇਵੀ ਜੀ ਨੂੰ ਲੈ ਕੇ ਤੁਸੀਂ ਚਲੇ ਜਾਓ। ਸਿੱਖ ਬੋਲਿਓ ਕਰ ਬੰਦ ਮਮ ਸੰਬੰਧੀ ਕਰ ਬਸ ਹੈ। ਉਹ ਸਿੱਖ ਕਹਿਣ ਲੱਗਾ, ਮਹਾਰਾਜ ਜੀ ਰੋਪੜ 'ਚ ਮੇਰੀ ਰਿਸ਼ਤੇਦਾਰੀ ਹੈ, ਮੇਰੇ ਸੰਬੰਧੀਆਂ ਦੇ ਘਰ ਹਨ। ਕਰੇ ਸਹਾਇ ਬਲੰਦ ਤਹਾਂ ਉਤਾਰੋਂ ਜਾਏ ਕਰ। ਆਪ ਜੀ ਦੀ ਆਗਿਆ ਹੋਵੇ ਤੇ ਮੈਂ ਮਾਤਾ ਸੁੰਦਰੀ ਜੀ ਹੋਰਾਂ ਨੂੰ ਤੇ ਮਾਤਾ ਸਾਹਿਬ ਦੇਵਾਂ ਜੀ ਨੂੰ ਆਪਣੇ ਰਿਸ਼ਤੇਦਾਰਾਂ ਦੇ ਘਰ ਲੈ ਜਾਵਾਂ। ਪੂਰਨ ਗੁਰੂ ਮਹਾਨ ਮੈਂ ਸਿੱਖ ਹੋਏ ਨਾ ਡਰਤ ਹੋ। ਤੁਸੀਂ ਮੇਰੇ ਗੁਰੂ ਮੇਰੇ ਸਿਰ ਦੇ ਉੱਤੇ ਹੋ, ਸਿਰ ਉੱਪਰ ਠਾਡਾ ਗੁਰਸੂਰਾ, ਨਾਨਕ ਤਾਕੇ ਕਾਰਜ ਪੂਰਾ। ਮੈਨੂੰ ਕੋਈ ਡਰ ਨਹੀਂ ਹੈ ਸੱਚੇ ਪਾਤਸ਼ਾਹ, ਤੁਹਾਡੀ ਕਿਰਪਾ ਨਾਲ। ਰਚਿਓ ਆਪ ਸੁਜਨ ਕਰੋ ਅਜਤਨ ਅਰਾਧਨਾ। ਇਹ ਮਹਾਰਾਜ ਜੀ ਆਪ ਰੱਖਿਆ ਕਰਨ ਵਾਲੇ ਹੋ, ਸਦਾ ਹੀ ਸਿਰ ਦੇ ਉੱਪਰ ਰਾਖੇ ਹੋ। ਮੇਰਾ ਸੱਚਾ ਸਤਿਗੁਰ ਰਖਵਾਲਾ ਹੋਆ, ਸਤਿਗੁਰ ਰਖਵਾਲਾ ਹੋਆ, ਧਾਰ ਕਿਰਪਾ ਪ੍ਰਭਾਤ ਤੇ ਰਾਖਿਆ, ਹਰ ਗੋਬਿੰਦ ਨਵਾਂ ਨਰੋਆ। ਆਪ ਜੀ ਰਾਖੇ ਹੋ, ਆਪ ਜੀ ਦੇ ਹੁੰਦਿਆਂ ਮੈਨੂੰ ਕੋਈ ਖਤਰਾ ਨਹੀਂ ਹੈ। ਸਵਈਆ ਜੋ ਕਹਿ ਆਇਸ ਪਾਏ ਤਬੈ ਸਿੱਖ ਜਾਏ ਬਹੀਰ ਕੀ ਪੀਰ ਮਹਿ ਡੋਰੇ। ਇਦਾਂ ਕਹਿ ਕੇ ਉਹ ਸਿੱਖ ਵਹੀਰ ਵਿੱਚ ਜਾ ਪਹੁੰਚਿਆ ਤੇ ਜਿੱਥੇ ਮਾਤਾ ਜੀ ਦੇ ਡੋਲੇ ਜਾ ਰਹੇ ਸਨ, ਵਾਹ ਦਾ ਹੀ ਕਹਾਰ ਚੁੱਕੀ ਜਾਂਦੇ ਸੀ, ਉੱਥੇ ਪਹੁੰਚ ਗਿਆ। ਤੂਰਨ ਤਾ ਕਰ ਬੰਧਨ ਕੋ ਤਹਿ ਤਾਏ ਗਇਓ ਫਿਰ ਕਹਿ ਤਹਿ ਟੋਰੇ। ਔਰ ਬੜੀ ਛੇਤੀ ਨਾਲ ਜਾ ਕੇ ਮਾਤਾ ਜੀ ਨੂੰ ਮੱਥਾ ਟੇਕਿਆ। ਭਾਈ ਸਾਹਿਬ ਭਾਈ ਮਨੀ ਸਿੰਘ ਜੀ ਤੇ ਬਾਬਾ ਦੀਪ ਸਿੰਘ ਜੀ ਨੂੰ ਨਾਲ ਲਿਆ। ਇਹ ਮਹਾਰਾਜ ਨੇ ਭੇਜੇ ਸੀ ਦੋਵੇਂ ਹੀ, ਭਾਈ ਮਨੀ ਸਿੰਘ ਜੀ ਤੇ ਬਾਬਾ ਦੀਪ ਸਿੰਘ ਜੀ। ਇਹਨਾਂ ਦੋਵਾਂ ਦੀ ਡਿਊਟੀ ਲਾਈ ਵੀ ਤੁਸੀਂ ਮਹਿਲਾਂ ਦੇ ਨਾਲ ਦਿੱਲੀ ਜਾਣਾ, ਜਿੱਥੇ ਵੀ ਇਹ ਸਿੱਖ ਲੈ ਕੇ ਜਾਵੇ ਉੱਥੇ ਜਾਣਾ। ਮਾਤ ਥੇਰੋ ਨਹਿ ਜਾਹੋ ਅਬੈ ਨਿਸ ਬੀਤ ਚਲੀ ਹੋਏ ਚਾਹਤ ਭੋਰੇ। ਕਹਿਣ ਲੱਗਾ ਸਿੱਖ ਜਾ ਕੇ, ਮਾਤਾ ਜੀ ਤੁਸੀਂ ਇੱਥੇ ਨਾ ਠਹਿਰੋ, ਹੁਣ ਮੇਰੇ ਨਾਲ ਚੱਲੋ, ਦਿਨ ਚੜ੍ਹਨ ਵਾਲਾ ਹੈ, ਤੁਰਕਾਂ ਦੀ ਫੌਜ ਨੇ ਘੇਰਾ ਪਾ ਲੈਣਾ ਹੈ, ਤੇ ਆ ਕੇ ਤੁਹਾਡੀ ਪਛਾਣ ਕਰਕੇ ਕੋਈ ਨੁਕਸਾਨ ਨਾ ਕਰ ਦੇਣ। ਸੋ ਹਨੇਰੇ ਦਾ ਫਾਇਦਾ ਉਠਾ ਕੇ ਆਪਾਂ ਰੋਪੜ ਵੜ ਚੱਲੀਏ। ਸ਼ਸਤਰਨ ਪਾਪ ਦਗਾ ਸਭ ਕੀਨ ਮਲੈਂਗੇ ਆਏ ਸਮੈ ਬਿਤ ਥੋਰੇ। ਮਾਤਾ ਜੀ ਸ਼ਤਰੂਆਂ ਨੇ ਬੜਾ ਦੰਗਾ ਕੀਤਾ ਹੈ, ਪਾਪ ਕੀਤਾ ਹੈ, ਥੋੜੇ ਸਮੇਂ ਵਿੱਚ ਉਹ ਕਸਮਾਂ ਭੁੱਲ ਕੇ ਸਾਡੇ ਵੈਰੀ ਬਣ ਗਏ ਨੇ, ਔਰ ਹੁਣ ਸਾਨੂੰ ਮਾਰਨ ਵਾਸਤੇ ਨੇੜੇ ਆ ਰਹੇ ਨੇ। ਸ੍ਰੀ ਪ੍ਰਭ ਆਇਸ ਮੋਹਿ ਦੇਈਪੁਰ ਮੈਂ ਸੰਬੰਧ ਕਰੂੰ ਤਹਿ ਡੇਰਾ। ਸ੍ਰੀ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਜੀ ਮੈਨੂੰ ਆਗਿਆ ਦਿੱਤੀ ਹੈ ਤੇ ਆਪ ਜੀ ਦੀ ਸੇਵਾ ਵਿੱਚ ਮੈਂ ਹਾਜ਼ਰ ਹੋ ਗਿਆ ਹਾਂ। ਹੁਣ ਆਪਾਂ ਇੱਥੋਂ ਰੋਪੜ ਕਿਸੇ ਰਿਸ਼ਤੇਦਾਰ ਦੇ ਘਰ ਰਾਤ ਦਿਨ ਕੱਟਣਾ ਹੈ। ਦਿਨ ਲੰਘ ਗਿਆ ਤੇ ਰਾਤ ਨੂੰ ਫਿਰ ਤੁਰ ਪਵਾਂਗੇ। ਸੈਨ ਤੇ ਲੇਹੋ ਬਚਾਏ ਤਹਾਂ ਪੁਨ ਆਪ ਚਲੋ ਜਹ ਠਾਗਰ ਮੇਰਾ। ਅੱਜ ਦਾ ਦਿਨ ਔਖਾ ਹੈ, ਅੱਜ ਦਾ ਦਿਨ ਰੋਪੜ ਵੀ ਤਲਾਸ਼ੀਆਂ ਹੋਣੀਆਂ ਨੇ, ਗੁਰੂ ਨਾਨਕ ਸਹਾਇਤਾ ਕਰਨਗੇ। ਰੋਪੜ ਤੋਂ ਆਪਾਂ ਰਾਤ ਨੂੰ ਨਿਕਲਾਂਗੇ, ਫਿਰ ਮਾਤਾ ਜੀ ਮੇਰੇ ਘਰ ਤੁਸੀਂ ਦਿੱਲੀ ਚੱਲਿਆ ਜੇ। ਰਾਵਰ ਕੀ ਬਹੁ ਸੰਗਤ ਹੈ ਕਰ ਪੰਗਤ ਸੇਵੈ ਹੈ ਸਾਜ ਸਵੇਰਾ। ਮਾਤਾ ਜੀ ਆਪ ਜੀ ਦੀਆਂ ਸੰਗਤਾਂ ਦਿੱਲੀ 'ਚ ਹਜ਼ਾਰਾਂ ਦੀ ਤਾਦਾਦ 'ਚ ਰਹਿੰਦੀਆਂ ਨੇ, ਸਭ ਸੇਵਾ ਕਰਨਗੇ ਗੁਰੂ ਕੇ ਸਿੱਖ। ਤੁਸੀਂ ਕਿਰਪਾ ਕਰਕੇ ਦਿੱਲੀ ਚੱਲੋਗੇ। ਫਿਰ ਮਿਲੋ ਜਿਸ ਥਾਨ ਟਕੈ ਗੁਰ ਹੋਏ ਰਹਿਓ ਅਬ ਜੰਗ ਬਸੇਰਾ। ਹੁਣ ਤਾਂ ਜੰਗ ਦਾ ਵਰਤਾਰਾ ਵਰਤ ਰਿਹਾ। ਜਦੋਂ ਮਹਾਰਾਜ ਜੰਗ ਤੋਂ ਵਿਹਲੇ ਹੋ ਕੇ ਕਿਤੇ ਟਿਕਣਗੇ
ਤੁਸੀਂ ਮਾਤਾ ਜੀ ਗੁਰੂ ਚਰਨਾਂ 'ਚ ਆ ਕੇ ਹਾਜ਼ਰ ਹੋ ਜਾਇਆ ਜੇ। यो कह कै निज संग लय तम बृंद होते कर मह उतराए। ਇਸ ਤਰ੍ਹਾਂ ਕਹਿ ਕਰਕੇ ਮਾਤਾ ਜੀ, ਮਾਤਾ ਸਾਹਿਬ ਦੇਵਾਂ ਜੀ, ਮਾਤਾ ਸੁੰਦਰੀ ਜੀ ਨੂੰ ਲੈ ਕਰਕੇ ਗੁਰਸਿੱਖ ਆਪਣੇ ਕਿਸੇ ਰਿਸ਼ਤੇਦਾਰ ਦੇ ਘਰ ਰੋਪੜ ਸ਼ਹਿਰ ਦੇ ਵਿੱਚ ਜਾ ਡੇਰਾ ਕੀਤਾ। एक ही रात बसे गुर रोपर पुर होए गाड़ी में लीन चढ़ाए। ਉੱਥੇ ਇੱਕ ਰਾਤ ਰਹਿ ਕਰਕੇ ਸਮਾਂ ਪਾ ਕੇ ਗੱਡੀ ਵਿੱਚ ਚੜਾ ਕੇ ਤੁਰਕਾਂ ਤੋਂ ਰਸਤਾ ਬਚਾ ਕੇ ਉਹ ਸਿੱਖ ਮਾਤਾ ਸੁੰਦਰੀ ਜੀ, ਮਾਤਾ ਸਾਹਿਬ ਦੇਵਾਂ ਜੀ ਨੂੰ ਬਾਬਾ ਮਨਦੀਪ ਸਿੰਘ, ਭਾਈ ਮਨੀ ਸਿੰਘ ਜੀ ਇਹ ਦਿੱਲੀ ਚਲੇ ਗਏ ਸਨ। दिल्ली के पंथ परे तब हूँ चल कै दिन केतक मैं तह आए। ਦਿੱਲੀ ਦੇ ਰਾਹ ਪੈ ਕੇ ਕੁਝ ਦਿਨਾਂ 'ਚ ਦਿੱਲੀ ਪਹੁੰਚ ਗਏ ਸਨ। ਉੱਥੇ ਜਾਪ ਸੇਵਾ ਕੀਤਾ ਸੀ। काहू न पेद लखियो न पिखियो रिप आखन मैं रज पुंज को पाए। ਮਹਾਰਾਜ ਦੀ ਐਸੀ ਕਿਰਪਾ ਹੋਈ, ਰਸਤੇ 'ਚ ਕਿਸੇ ਨੂੰ ਪਤਾ ਹੀ ਨਹੀਂ ਲੱਗਾ। ਅੱਖਾਂ 'ਚ ਘਟਾ ਹੀ ਪੈ ਗਿਆ, ਅੰਨੇ ਹੀ ਹੋ ਗਏ। ਤੇ ਫਿਰ ਵਸ ਨਹੀਂ ਚੱਲਿਆ ਕਿਸੇ ਦਾ, ਮਾਤਾ ਜੀ ਦਾ ਰਾਹ ਨਹੀਂ ਕੋਈ ਰੋਕ ਸਕਿਆ। ਪਰਮੇਸ਼ਰ ਦੀ ਖੇਡ ਐਸੀ, ਪੂਜਨੀਕ ਮਾਤਾ ਜੀ ਬੜੇ ਆਰਾਮ ਨਾਲ ਦਿੱਲੀ ਪਹੁੰਚ ਗਏ। श्री गुजरी जुग पोत्रन के जुत स्यंदन को कर बेग ਤੇ चलाई। ਮਾਤਾ ਗੁਜਰੀ ਜੀ ਰੱਥ ਵਿੱਚ ਸਨ, ਪੋਤਰਿਆਂ ਦਾ ਰੱਥ ਲੈ ਕੇ ਬੜੀ ਤੇਜ਼ੀ ਨਾਲ ਤੁਰੇ ਜਾਂਦੇ ਹਨ। द्वै महला जित जात पई सो कथा कै स्रोतन बृंद सुनाई। ਗੁਰੂ ਕੇ ਮਹਿਲਾਂ ਦੀ ਕਥਾ ਤਾਂ ਕਵੀ ਜੀ ਕਹਿੰਦੇ ਸੁਣਾ ਦਿੱਤੀ ਤੁਹਾਨੂੰ, ਕਿਵੇਂ ਦਿੱਲੀ ਚਲੇ ਗਏ। और बहिर गयो तट रोपर आन मलेच मिले समुदाई। ਬਾਕੀ ਵਹੀਰ ਰੋਪੜ ਵਾਲੇ ਪਾਸੇ ਗਿਆ ਤੇ ਮਲਕਪੁਰ ਰੰਗਣਾ ਕੋਲ ਫਿਰ ਲੜਾਈ ਹੋਈ, ਜਿੱਥੇ ਬਾਬਾ ਬਚਿੱਤਰ ਸਿੰਘ ਜੀ ਜ਼ਖਮੀ ਹੋ ਗਏ ਗੋਲੀਆਂ ਲੱਗ ਕੇ। ਹੋਰ ਵੀ ਕਈ ਸਿੰਘ ਉੱਥੇ ਸ਼ਹੀਦ ਹੋਏ। अपने अपने राह परे कुछ लूट ले बड़ बाहनी आई। ਪਿੱਛੋਂ ਫੌਜਾਂ ਆ ਗਈਆਂ, ਕਈ ਤਾਂ ਉਸ ਤੋਂ ਪਹਿਲਾਂ ਹੀ ਖਿੰਡ ਗਏ ਸਨ। ਆਲੇ ਦੁਆਲੇ ਇਲਾਕੇ ਨੂੰ, ਕੋਈ ਨਾਲਾਗੜ੍ਹ ਦੇ ਇਲਾਕੇ ਨੂੰ ਚੜ੍ਹ ਗਿਆ, ਕੋਈ ਥੱਲੇ ਵਾਲੇ ਰੋਪੜ ਤੋਂ ਜਿਹੜਾ ਦਰਿਆ ਦਾ ਕਿਨਾਰਾ ਸੀ ਉਧਰ ਨੂੰ ਹੋ ਗਏ, ਦੁਆਬੇ ਵੱਲ ਨਿਕਲ ਜਾਈਏ। ਇਸ ਤਰ੍ਹਾਂ ਲੋਕ ਆਪੋ ਆਪਣੇ ਰਾਹ ਨੂੰ ਹੋਏ। ਲੁਕ ਛਪ ਕੇ ਕਈਆਂ ਨੇ ਜਾਨਾਂ ਬਚਾ ਲਈਆਂ, ਪਰ ਕਈ ਬਹੀਰ ਦੇ ਲੋਕ ਵਿਚਾਰੇ ਤੁਰਕਾਂ ਦੇ ਘੇਰੇ 'ਚ ਆਣ ਕਰਕੇ ਲੁੱਟੇ ਮਾਰੇ ਵੀ ਗਏ। ਹਾਂਜੀ, फिर करी बिनती बहु सिंगन श्री प्रभ जी तुम आप से दावो। ਫਿਰ ਖਾਲਸੇ ਨੇ ਬੇਨਤੀ ਕੀਤੀ, ਮਹਾਰਾਜ ਜੀ ਹੁਣ ਤੁਸੀਂ ਦੇਰ ਨਾ ਕਰੋ, ਪਲ ਪਲ ਬੜਾ ਕੀਮਤੀ ਹੈ, ਆਪ ਜੀ ਨਿਕਲ ਜਾਓ। हाथ को जोरने होरत है थिर दास रहे जिम बाक अलावो। ਸਾਰੇ ਸਿੰਘ ਬੇਨਤੀ ਕਰਦੇ, ਸੱਚੇ ਪਾਤਸ਼ਾਹ ਜੀ ਆਪ ਜੀ ਦੇ ਚਰਨਾਂ 'ਚ ਬੇਨਤੀ ਹੈ, ਆਪ ਛੇਤੀ ਕਰਕੇ ਨਿਕਲੋ, ਅਸੀਂ ਸਾਰੇ ਸਿੰਘ ਇੱਥੇ ਦੁਸ਼ਮਣ ਦਾ ਮੁਕਾਬਲਾ ਕਰਾਂਗੇ। लाखों सत्र चाहे तुम को नहीं बीच फसो नह जंग मचावो। ਲੱਖਾਂ ਵੈਰੀ ਤੁਹਾਡਾ ਸੀਸ ਲੈਣਾ ਚਾਹੁੰਦੇ ਆ। ਸਾਧ ਸੰਗਤ ਜੀ, ਇਹ ਖਾਲਸਾ ਜਦੋਂ ਦਾ ਪੈਦਾ ਹੋਇਆ ਨਾ, ਇਹਦੇ ਵੈਰੀ ਬੜੇ ਹੈ। ਪੱਤਾ ਪੱਤਾ ਖਾਲਸੇ ਦਾ ਵੈਰੀ ਹੈ। ਦੇਖੋ ਜਿਨ੍ਹਾਂ ਹਿੰਦੂਆਂ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਪੰਥ ਸਾਜਿਆ, ਉਹ ਵੀ ਵੈਰੀ ਬਣ ਗਏ। ਪਹਾੜੀ ਰਾਜੇ ਉਹ ਵੀ ਗੁਰੂ ਖਾਲਸੇ ਦੇ ਵੈਰੀ ਬਣ ਕੇ ਆ ਗਏ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਤੁਹਾਡੇ ਤਾਂ ਲੱਖਾਂ ਹੀ ਵੈਰੀ ਹਨ, ਲੱਖਾਂ ਹੀ ਤੁਹਾਡੀ ਜਾਨ ਲੈਣੀ ਚਾਹੁੰਦੇ ਹਨ। ਆਪ ਜੀ ਨਿਕਲ ਜਾਓ। पंथ कह सब मानो कहो नह तेज तुरंग करे चल जावो। ਕਿਉਂ ਨਹੀਂ ਪੰਥ ਦਾ ਕਿਆ ਮੰਨਦੇ, ਕਿਉਂ ਨਹੀਂ ਘੋੜੇ ਨੂੰ ਅੱਡੀ ਲਾਉਂਦੇ? ਘੋੜਾ ਤੇਜ਼ ਕਰੋ ਤੇ ਚਲੇ ਜਾਓ। श्री गुर स्वरूप प्रचारत पे इम नित अकाल परमेश्वर केरी। ਮਹਾਰਾਜ ਕਹਿੰਦੇ ਸਿੰਘੋ, ਜੋ ਅਕਾਲ ਪੁਰਖ ਦਾ ਹੁਕਮ ਹੈ ਉਹ ਤਾਂ ਪੂਰਾ ਕਰ ਲਈਏ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਆਪਣੇ ਸਾਹਮਣੇ ਪੁੱਤਰਾਂ ਨੂੰ ਸ਼ਹੀਦ ਕਰਵਾਉਣਾ ਸੀ, ਇਹ ਵਚਨ ਹੋਇਆ ਸੀ ਅਕਾਲ ਪੁਰਖ ਨਾਲ। ਸਭ ਕੁਝ ਤੇਰਾ ਤੁਝ ਕੋ ਸੌਂਪ ਤੇ ਕਿਆ ਲੱਗਾ ਮੇਰਾ, ਇਹ ਕਰਕੇ ਵਿਖਾਣਾ ਸੀਗਾ। ਜੋ ਅਕਾਲ ਪੁਰਖ ਦੀ ਨੇਤ ਹੈ, ਹੁਕਮ ਹੈ। ਜਿਵੇਂ ਮਹਾਰਾਜ ਕਹਿੰਦੇ ਹੁਕਮ ਤੋਂ ਬਾਹਰ ਨਹੀਂ ਜਾਣਾ, ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੈ ਜੇ ਬੁੱਝੈ ਤਾਂ ਹਉਮੈ ਕਹੈ ਨਾ ਕੋਈ। ਹੁਕਮ ਨੂੰ ਬੁੱਝਣਾ ਬੜਾ ਔਖਾ ਹੈ, ਸਤਿਗੁਰੂ ਹੁਕਮ ਨੂੰ ਬੁੱਝ ਕੇ ਚੱਲ ਰਹੇ। ਤੋਰ ਤੁਰੰਗਮ ਤੂਰਨ ਤਾਜੁਤ ਰੋਪਰ ਕੋ ਉਲੰਘੇ ਤਿਸ ਬੇਰੀ। ਇਸ ਤਰ੍ਹਾਂ ਛੇਤੀ ਨਾਲ ਸਾਰੇ ਸਿੰਘ, ਸਾਰੀਆਂ ਫੌਜਾਂ, ਘੋੜ ਸਵਾਰ ਜਿਹੜੇ ਬਚੇ ਖੁਚੇ ਰਹਿ ਗਏ ਸਨ,
35 ਕੁ ਸਰੀਰ ਬਚੇ ਸਨ ਮਹਾਰਾਜ ਕੋਲ, ਸਿੰਘਾਂ ਦੇ ਸਰੀਰ ਉਸ ਵੇਲੇ। 2 ਸਾਹਿਬਜ਼ਾਦੇ ਤੇ 35 ਕੁ ਸਿੰਘ ਪੱਠਾ ਸਭ ਰੋਪੜ ਪਹੁੰਚ ਗਏ। ਸਿੰਘ ਖਰੇ ਤਹ ਕੀਤਕ ਪੇ ਸਭ ਸ਼ੋਰਤ ਹੈ ਗੁਲ ਕਾ ਬਹੁ ਤੇਰੀ। ਗੋਲੀ ਤੀਰ ਪਿੱਛੇ ਚੱਲਦਾ ਰਿਹਾ, ਲੜਾਈ ਹੁੰਦੀ ਰਹੀ ਪਿੱਛੇ ਵੀ, ਤੇ ਕੁਝ ਸਿੰਘ ਮਹਾਰਾਜ ਨਾਲ ਆ ਗਏ। ਰੋਕਤ ਰੋਕਬ ਲੋਕਤ ਹੈ ਨਿਸ ਬੀਤ ਚਲੀ ਲਗ ਹੋਨ ਸਵੇਰੀ। ਸਵੇਰਾ ਹੋਣ ਲੱਗਾ ਸੀ, ਦਿਨ ਚੜ੍ਹਨ ਵਾਲਾ ਸੀ। 46 ਰਾਤਾਂ ਸਨ, ਇਸ ਕਰਕੇ ਇਸ ਦਿਨ ਜਿਹੜਾ ਸੀ 7 ਵਜੇ ਚੜ੍ਹਦਾ ਸੀਗਾ। ਹਾਂਜੀ। ਸੂਰਮੇ ਸਿੰਘ ਗੁਰੂ ਸੰਗ ਸਾਯੁਧ ਪੰਚ ਰੋਤੀਸ ਗਏ ਤਿਸ ਕਾਲਾ। ਮਹਾਰਾਜ ਦੇ ਨਾਲ ਉਸ ਵੇਲੇ 35 ਸਿੰਘ ਪੰਚਰੋ 30। 5 ਸਿੰਘ ਪਿੱਛੋਂ ਜਦੋਂ ਮਹਾਰਾਜ ਚਮਕੌਰ ਪਹੁੰਚ ਗਏ ਨੇ, ਉਦੋਂ 5 ਸਿੰਘ ਜ਼ਖਮੀ ਦੀ ਹਾਲਤ 'ਚ ਪਹੁੰਚੇ ਸਨ। 40 ਤਾਂ ਹੋਏ ਸਨ। 35 ਸਿੰਘ ਕਵੀ ਜੀ ਲਿਖ ਰਹੇ ਆ ਮਹਾਰਾਜ ਦੇ ਨਾਲ ਸਨ। ਜਦੋਂ ਮਹਾਰਾਜ ਭੱਠੇ ਤੇ ਪਹੁੰਚੇ ਤੇ ਨਿਹੰਗਾਂ ਦਾ ਭੱਠਾ ਸੀਗਾ, ਉਹਦੇ ਤੇ ਜਦੋਂ ਚਰਨ ਪਏ ਤੇ ਭੱਠਾ ਠੰਡਾ ਹੋ ਗਿਆ। ਅੱਜ ਵੀ ਉਹ ਭੱਠਾ ਸਾਧ ਸੰਗਤ ਦੀ ਠੰਡਾ ਠਾਰ ਉਸੇ ਤਰ੍ਹਾਂ ਹੀ ਨਜ਼ਰ ਆਉਂਦਾ ਹੈ। ਗੁਰਦੁਆਰਾ ਭੱਠਾ ਸਾਹਿਬ ਉਹਦਾ ਨਾਮ ਹੈ। ਨਿਹੰਗਾਂ ਨੂੰ ਪਤਾ ਲੱਗਾ ਤੇ ਨਿਹੰਗਾਂ ਗੁਰੂ ਸਾਹਿਬ ਨੂੰ ਆਪਣੀ ਹਵੇਲੀ 'ਚ ਲੈ ਗਿਆ। ਇਹ ਪਠਾਨ ਘੋੜਿਆਂ ਦਾ ਵਪਾਰੀ ਸੀਗਾ, ਗੁਰੂ ਸਾਹਿਬ ਦਾ ਬੜਾ ਪ੍ਰੇਮੀ ਸੀ। ਗੁਰੂ ਸਾਹਿਬ ਪਹਿਲਾਂ ਵੀ ਇਹਦੇ ਕੋਲ ਆਉਂਦੇ ਜਾਂਦੇ, ਔਰ ਇਹ ਵੀ ਗੁਰੂ ਸਾਹਿਬ ਕੋਲ ਅਨੰਦਪੁਰ ਸਾਹਿਬ ਘੋੜੇ ਵੇਚਣ ਜਾਇਆ ਕਰਦਾ ਸੀ। ਪਠਾਨ ਸੀ, ਮੁਸਲਮਾਨ, ਪਰ ਨੇਕ ਇਨਸਾਨ, ਬੜਾ ਵਧੀਆ ਇਨਸਾਨ ਸੀਗਾ। ਇਹਦੇ ਕੋਲ ਸਤਿਗੁਰੂ ਕਲਗੀਧਰ ਪਾਤਸ਼ਾਹ ਜਦੋਂ ਗਏ, ਸਾਧ ਸੰਗਤ ਜੀ ਮਹਾਰਾਜ ਦੇ ਨਾਲ ਸਿੰਘ ਵੀ, ਇਹਨੇ ਮਹਾਰਾਜ ਨੂੰ ਬੇਨਤੀ ਕੀਤੀ, ਮਹਾਰਾਜ ਮੇਰਾ ਘਰ ਨਹੀਂ ਤੁਹਾਡਾ ਹੀ ਹੈ, ਤੇ ਇਹਦੇ ਵਿੱਚ ਮੋਰਚੇ ਬੰਦੀ ਕਰ ਲਓ। ਪਹਿਲਾਂ ਮੈਂ ਸ਼ਹੀਦ ਹੋਵਾਂਗਾ, ਫਿਰ ਕੋਈ ਤੁਹਾਡੇ ਵੱਲ ਆਏਗਾ ਤੁਰ ਕੇ ਚੜ੍ਹ ਕੇ। ਮਹਾਰਾਜ ਕਹਿੰਦੇ ਨਿਹੰਗਾਂ, ਤੇਰੀ ਸ਼ਰਧਾ ਤੇਰੀ ਭਾਵਨਾ ਜਗੋ ਜਗ ਅਟਲ ਰਹੇਗੀ। ਤੇਰਾ ਘਰ ਗੁਰੂ ਕਾ ਸਥਾਨ ਬਣੇਗਾ, ਤੇਰਾ ਭੱਠਾ ਵੀ ਸਾਡੀ ਯਾਦਗਾਰ ਬਣੇਗਾ। ਪਰ ਨਿਹੰਗਾਂ, ਇਸ ਤੇਰੇ ਘਰ ਦੇ ਵਿੱਚ ਇੱਕ ਤਾਂ ਤੇਰਾ ਪਰਿਵਾਰ, ਤੇਰੀਆਂ ਬੇਗਮਾਂ, ਤੇਰੇ ਬੱਚੇ ਹਨ, ਇਹਨਾਂ ਦਾ ਨੁਕਸਾਨ ਹੋਣਾ ਹੈ। ਦੂਸਰਾ, ਦੁਸ਼ਮਣ ਬਹੁਤ ਨੇੜੇ ਆ ਗਿਆ ਤੇ ਰਣਨੀਤੀ ਕਹਿੰਦੀ ਦੁਸ਼ਮਣ ਨੂੰ ਭਜਾ ਭਜਾ ਕੇ ਮਾਰੋ, ਦਾ ਥੱਕ ਜਾਏਗਾ, ਹੰਬ ਜਾਏਗਾ, ਫਿਰ ਮਾਰਾਂਗੇ। ਇਸ ਕਰਕੇ ਅਸੀਂ ਅੱਗੇ ਜਾ ਕੇ ਮੋਰਚੇ ਬੰਦੀ ਕਰਾਂਗੇ। ਅਸੀਂ ਤੇਰੇ ਘਰ ਨੂੰ ਕਿਲਾ ਨਹੀਂ ਬਣਾਉਣਾ, ਤੇਰੇ ਘਰ ਨੂੰ ਲੜਾਈ ਦਾ ਮੈਦਾਨ ਨਹੀਂ ਬਣਾਉਣਾ, ਅੱਗੇ ਜਾਵਾਂਗੇ। ਤੇ ਨਾਲ ਕਹਿੰਦੇ ਭਾਈ ਖਾਨ, ਨਿਹੰਗ ਖਾਨ, ਆ ਸਾਡਾ ਇੱਕ ਸਿੰਘ ਹੈ ਬਚਿੱਤਰ ਸਿੰਘ, ਇਹਨੂੰ ਗੋਲੀਆਂ ਲੱਗੀਆਂ, ਸਾਡਾ ਹੀ ਰੂਪ ਸਮਝ ਕੇ ਇਹਦੀ ਸੇਵਾ ਕਰ ਲਓ। ਭਾਈ ਬਚਿੱਤਰ ਸਿੰਘ ਜੀ ਨੂੰ ਆਪ ਉਹਦੇ ਘਰ ਛੱਡ ਦਿੱਤਾ ਨਿਹੰਗਾਂ ਦੇ, ਤੇ ਮਹਾਰਾਜ ਆਪ ਅੱਗੇ ਨੂੰ ਚਾਲਾ ਪਾਇਆ। ਤੇ ਸਾਧ ਸੰਗਤ ਜੀ ਨਿਹੰਗਾਂ ਸਾਹਿਬ ਭਾਈ ਬਚਿੱਤਰ ਸਿੰਘ ਦੀ ਲਗਭਗ 2 ਦਿਨ ਸੇਵਾ ਕਰਦਾ ਰਿਹਾ। ਅਗਲੇ ਦਿਨ ਉਹਦੇ ਘਰ ਜਦੋਂ ਫੌਜ ਆਈ ਨਾ ਤਲਾਸ਼ੀ ਲੈਣ ਵਾਸਤੇ, ਰੋਪੜ ਦੇ ਪਠਾਨ ਆਏ ਸੀ, 400 ਸਿਪਾਹੀ ਇਕੱਠੇ ਹੋ ਕੇ ਆਏ। ਕਹਿੰਦੇ ਤੇਰੇ ਘਰ ਪਤਾ ਲੱਗਾ ਗੁਰੂ ਗੋਬਿੰਦ ਸਿੰਘ ਆਇਆ, ਉਹਦੇ ਬੰਦੇ ਠਹਿਰੇ ਹੋਏ ਨੇ। ਨਿਹੰਗਾਂ ਕਹਿੰਦਾ ਮੇਰੇ ਘਰ ਦੀ ਤਲਾਸ਼ੀ ਲੈ ਲਓ, ਮੇਰੇ ਘਰ ਤਾਂ ਕੋਈ ਨਹੀਂ ਆਇਆ, ਨਾ ਕੋਈ ਬੰਦਾ, ਨਾ ਕੋਈ ਗੁਰੂ ਗੋਬਿੰਦ ਸਿੰਘ, ਨਾ ਉਹਨਾਂ ਦਾ ਕੋਈ ਆਦਮੀ। ਉਹ ਘਰ ਕਮਰਿਆਂ 'ਚ ਤਲਾਸ਼ੀ ਲੈਂਦੇ। ਇੱਕ ਕਮਰੇ ਦੇ ਵਿੱਚ ਭਾਈ ਬਚਿੱਤਰ ਸਿੰਘ ਜੀ ਜ਼ਖਮੀ ਹਾਲਤ 'ਚ ਪਏ, ਉੱਤੇ ਕੱਪੜਾ ਦਿੱਤਾ, ਰਜਾਈ ਦਿੱਤੀ ਹੋਈ, ਠੰਡ ਬੜੀ ਸੀ ਨਾ। ਤੇ ਬੀਬੀ ਮੁਮਤਾਜ ਨਿਹੰਗਾਂ ਦੀ ਲੜਕੀ, ਉਹ ਕੋਲ ਬੈਠੀ ਸੇਵਾ ਕਰ ਰਹੀ ਸੀ, ਅੰਗੀਠੀ ਬਾਲਣੀ ਜਾਂ ਹੋਰ ਉਹ ਉੱਥੇ ਸੇਵਾ ਕਰ ਰਹੀ ਸੀ। ਨਿਹੰਗਾਂ ਨੇ, ਉਹਨਾਂ ਨੇ ਪੁੱਛਿਆ ਪਠਾਣਾ ਨੇ, ਇਹ ਇਸ ਕਮਰੇ 'ਚ ਕੌਣ ਹੈ? ਉਹ ਕਹਿੰਦਾ ਮੇਰੀ ਲੜਕੀ ਔਰ ਮੇਰਾ ਦਾਮਾਦ, ਮੇਰਾ ਜਵਾਈ ਹੈ। ਉਹ ਕਹਿੰਦੇ ਠੀਕ ਹੈ। ਉਹ ਤਾਂ ਚਲੇ ਗਏ। ਉਹ ਲੜਕੀ ਨੇ ਜਦੋਂ ਸੁਣਿਆ ਵੀ ਮੇਰੇ ਅੱਬਾ ਜਾਨ ਨੇ ਕਿਹਾ ਕਿ ਮੇਰਾ ਜਵਾਈ ਹੈ ਤੇ ਇਹ ਹੀ ਮੇਰਾ ਪਤੀ ਹੈ, ਕਹਿੰਦੇ ਪਠਾਣਾ ਦੀ ਬਸੀ ਉਹ ਮੰਗੀ ਹੋਈ ਸੀ, ਉਹਨੇ ਉਹ ਰਿਸ਼ਤਾ ਛੱਡ ਦਿੱਤਾ ਤੇ ਆ ਭਾਈ ਬਚਿੱਤਰ ਸਿੰਘ ਨੂੰ ਆਪਣਾ ਪਤੀ ਮੰਨ ਕੇ ਸੇਵਾ ਕੀਤੀ। 2 ਦਿਨ 2 ਰਾਤਾਂ ਲੰਘ ਗਈਆਂ। ਤੀਸਰੀ ਰਾਤ ਭਾਈ ਬਚਿੱਤਰ ਸਿੰਘ 9 ਵਜੇ ਰਾਤ ਦੇ ਸਵਾਸ ਪੂਰੇ ਹੋ ਗਏ, ਸ਼ਹੀਦ ਹੋ ਗਿਆ। ਤੇ ਜਦੋਂ ਇੱਧਰ ਸਵਾਸ ਪੂਰੇ ਹੋਏ, ਭਾਈ ਬੱਗਾ ਸਿੰਘ ਤੇ ਗੁਰਸਾ ਸਿੰਘ ਗੋਹਣੀਆਂ ਪਿੰਡ ਦੇ ਰਹਿਣ ਵਾਲੇ, ਉਹ ਮਹਾਰਾਜ ਦਾ ਪਤਾ ਲੈਂਦੇ ਜੰਗਲਾਂ ਚੋਂ ਕਿਤੇ ਨਿਕਲ ਕੇ ਪਠਾਨ ਦੇ ਘਰ ਆ ਗਏ। ਉਹਨੂੰ ਪੁੱਛਿਆ ਤੇਰੇ ਘਰ ਗੁਰੂ ਸਾਹਿਬ ਆਏ? ਉਹ ਕਹਿੰਦਾ ਆਏ ਸੀਗੇ, ਪਰ ਗੁਰੂ ਸਾਹਿਬ ਦੇ ਪਰਸੋਂ ਦੇ ਚਲੇ ਗਏ। ਇੱਕ ਸਿੰਘ ਛੱਡ ਗਏ ਸੀਗੇ, ਉਹ ਹੁਣੇ ਉਹਦੀ
ਉਹਦੇ ਸਵਾਸ ਪੂਰੇ ਹੋ ਗਏ, ਜ਼ਿੰਦਗੀ ਦਾ ਸਮਾਂ ਪੂਰਾ, ਉਹ ਚੜ੍ਹਾਈ ਕਰ ਗਿਆ। ਤੁਹਾਡਾ ਬੰਦਾ, ਮੈਂ ਮੁਸਲਮਾਨ ਹਾਂ, ਮੈਨੂੰ ਨਹੀਂ ਪਤਾ ਤੁਹਾਡੀ ਰੀਤੀ ਕਿ ਕਿਸ ਤਰ੍ਹਾਂ ਤੁਸੀਂ ਸਰੀਰ ਦਾ ਸੰਸਕਾਰ ਕਰਦੇ ਹੋ। ਆਪਣੇ ਬੰਦੇ ਦਾ ਸੰਸਕਾਰ ਕਰਕੇ ਜਾਓ। ਰਾਤ ਨੂੰ ਗੁਰਸਾ ਸਿੰਘ ਤੇ ਬੱਗਾ ਸਿੰਘ ਕੀਰਤਨ ਸੋਹਿਲਾ ਦਾ ਪਾਠ ਕਰਕੇ ਉਹਦੇ ਘਰ ਦੇ ਦੀਵਾਰ ਦੇ ਅੰਦਰ ਹੀ ਅੰਗੀਠਾ ਬਣਾਇਆ ਤੇ ਭਾਈ ਸਾਹਿਬ ਭਾਈ ਬਚਿੱਤਰ ਸਿੰਘ ਦਾ ਸੰਸਕਾਰ ਉਸ ਹਵੇਲੀ 'ਚ ਕੀਤਾ। ਉਹ ਹਵੇਲੀ ਦਾਸ ਨੇ ਦੇਖੀ ਹੈ ਸਾਧ ਸੰਗਤ ਜੀ, ਬਾਹਰ ਉਹਦੇ ਗੁਰਦੁਆਰਾ ਬਣਾਇਆ ਸੀ, ਹਵੇਲੀ ਉਹ ਵੇਚਦਾ ਨਹੀਂ ਸੀ, ਦਿੰਦਾ ਨਹੀਂ ਸੀ, ਜਿਹੜਾ ਮਾਲਕ ਸੀ ਨਾ ਹੁਣ, ਪਰ ਗੁਰੂ ਸਾਹਿਬ ਦੀ ਕਿਰਪਾ ਹੋਈ, 5-4 ਸਾਲ ਹੋਏ, ਉਹ ਹਵੇਲੀ ਉਹਨਾਂ ਨੇ ਦੇ ਦਿੱਤੀ ਹੈ। ਅੰਦਰ ਵਾਲਾ ਸਥਾਨ ਸ਼ਹੀਦੀ ਸਥਾਨ ਭਾਈ ਬਚਿੱਤਰ ਸਿੰਘ ਦਾ, ਉਹ ਵੀ ਸੰਗਤਾਂ ਦੇ ਕੋਲ ਆ ਗਿਆ, ਕਾਰ ਸੇਵਾ ਸ਼ੁਰੂ ਹੋ ਗਈ ਹੈ। ਸੋ ਗੁਰੂ ਸਵਾਰੀ ਸਾਧ ਸੰਗਤ ਜੀ, ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਰੋਪੜ ਪਹੁੰਚੇ ਭੱਠਾ ਸਾਹਿਬ, ਉੱਥੋਂ ਫਿਰ ਅੱਗੇ ਚਾਲਾ ਪਾਇਆ। और पेरे पट साथ मलेशन शोरत फंगन कोरन काला। ਰਸਤੇ ਕਈ ਥਾਵਾਂ ਤੇ ਲੜਾਈਆਂ ਹੁੰਦੀਆਂ ਰਹੀਆਂ, ਜਿਵੇਂ ਮਲਕਪੁਰ ਰੰਗੜਾਂ ਦੇ ਵਿੱਚ ਲੜਾਈ ਹੋਈ, ਮਲੇਸ਼ੀਆਂ ਨਾਲ ਯੁੱਧ ਹੁੰਦਾ, ਸਿੰਘ ਤੁਰਕਾਂ ਨੂੰ ਰੋਕਦੇ ਰਹੇ, ਵੱਧ ਤੋਂ ਵੱਧ ਰੋਕਣ ਦੀ ਕੋਸ਼ਿਸ਼ ਸੀ। ਹਾਂਜੀ। मारे हजारों नाश करे बहु लोटत है लग काव कराला। ਬੜੇ ਮਾਰ ਧਰਤੀ ਤੇ ਲਟਾ ਦਿੱਤੇ ਪਹਾੜੀਏ ਤੇ ਤੁਰਕ। बाज मरे जुत जीन परे कित शूश फेरे असवारन ਕਿਤੇ डाला। ਘੋੜੇ ਦੌੜੇ ਫਿਰਦੇ ਖਾਲੀ, ਕਿਤੇ ਅਸਵਾਰ ਮਰੇ, ਕਿਤੇ ਘੋੜੇ ਮਰੇ ਹਨ। कोर ओ मंड प्रचंड प्रयोतन खंड है खंड तरे तरनी। ਬੜਾ ਘੋਰ ਘਮੰਡ ਯੁੱਧ ਹੋਇਆ ਤੇ ਟੋਟੇ ਟੋਟੇ ਹੋ ਕੇ ਧਰਤੀ ਤੇ ਕਿਤੇ ਬਾਹਾਂ, ਕਿਤੇ ਲੱਤਾਂ, ਕਿਤੇ ਸਿਰ ਵੱਡੇ ਪਏ ਨੇ। सिंह के हाथ छुटी गोल कानिफ लीन है जात गुरु बरनी। ਸਿੰਘਾਂ ਦੇ ਹੱਥੋਂ ਚੱਲੀ ਹੋਈ ਗੋਲੀ ਖਾਲੀ ਨਹੀਂ ਜਾਂਦੀ। ਗੁਰੂ ਸਾਹਿਬ ਦਾ ਬਚਨ ਹੈ, ਵਾਰ ਹੈ 10ਵੇਂ ਪਾਤਸ਼ਾਹ ਦਾ, ਵੀ ਸਿੰਘਾਂ ਦੀ ਗੋਲੀ ਨਹੀਂ ਨਿਸ਼ਾਨੇ ਤੋਂ ਖੁੰਝੇਗੀ। ਜਦੋਂ ਸਿੰਘ ਗੋਲੀ ਚਲਾਉਂਦੇ ਹੈ ਨਾ, ਇਹ ਗੱਲ ਸਾਧ ਸੰਗਤ ਜੀ, ਇੱਕ ਕਾਜ਼ੀ ਨੂਰ ਮੁਹੰਮਦ ਨੇ, ਜਿਹੜਾ ਅਬਦਾਲੀ ਦੇ ਨਾਲ 6ਵੇਂ ਹਮਲੇ 'ਚ ਆਇਆ ਸੀ, ਉਹਨੇ ਵੀ ਲਿਖੀ ਹੈ। ਕਹਿੰਦਾ ਇਹਨਾਂ ਸਗਾਂ ਦੀ ਸਗ ਨਾਮ ਕੁੱਤੇ ਦਾ ਹੈ, ਉਹਨੇ ਸਿੰਘਾਂ ਨੂੰ ਕੁੱਤੇ ਵੀ ਲਿਖਿਆ। ਕਹਿੰਦਾ ਇਹਨਾਂ ਕੁੱਤਿਆਂ ਦੀ ਤਲਵਾਰ, ਬਰਛਾ, ਸਭ ਕੁਝ ਬੜੇ ਕਮਾਲ ਦੇ, ਪਰ ਜਦੋਂ ਇਹ ਗੋਲੀ ਚਲਾਉਂਦੇ ਆ ਨਾ ਤਾਂ ਕੋਹ-ਕਾਫ ਦੀਆਂ ਪਹਾੜੀਆਂ ਕੰਬ ਜਾਂਦੀਆਂ। ਕਹਿੰਦੇ ਇਹ ਹਨੇਰੇ ਵਿੱਚ ਵੀ ਗੋਲੀ ਮਾਰ ਦਿੰਦੇ ਆ, ਹਨੇਰੇ ਵਿੱਚ ਵੀ। ਸਿੰਘਾਂ ਨੂੰ ਮਹਾਰਾਜ ਦਾ ਵਾਰ ਹੈ 10ਵੇਂ ਪਾਤਸ਼ਾਹ ਦਾ। ਗੁਰੂ ਸਾਹਿਬ ਨੇ ਸ਼ਸਤਰ ਨਾਮ ਮਾਲਾ ਬਾਣੀ ਰਚੀ 10ਵੇਂ ਪਾਤਸ਼ਾਹ ਨੇ, ਉਹਦੇ 'ਚ ਸ੍ਰੀ ਤੁਪਕ ਦੇ ਨਾਮ ਖਾਲਸੇ ਨੂੰ ਜਾਪ ਕਰਾਇਆ, ਤੇ ਜਾਪ ਨਾਲ ਸ਼ਬਦ ਸਿੱਧੀ ਹੁੰਦੀ ਹੈ। ਐਵੇਂ ਗੱਲਾਂ ਨਹੀਂ, ਜਿਹੜੀ ਮਹਾਰਾਜ ਨੇ ਬਾਣੀ ਰਚੀਆਂ ਨਾ ਸਾਰੀਆਂ, ਸਾਂਗ ਸਰੋਹੀ ਸੈਫ ਤੀਰ ਤੁਪਕ ਤਲਵਾਰ ਸਤਰਾਂ ਤੱਕ ਰਚੀ ਕਰੀਏ ਰਚ ਹਮਾਰ, ਇਹ ਮਹਾਰਾਜ ਬਾਣੀ ਰਚੀ, ਸਾਰੀ ਬਾਣੀ ਦੇ ਸ਼ਸਤਰਾਂ ਦੇ ਨਾਮ ਅਕਾਲ ਪੁਰਖ ਨਾਲ ਅਭੇਦ ਕਰਕੇ ਜਪੇ ਹਨ। ਅਸ ਕਿਰਪਾਨ ਖੰਡੋ ਖੜਗ ਤੁਪਕ ਤਬਰਿਆਰ ਤੀਰ ਸੈਫ ਸਰੋਈ ਸਹਿਤੀ, ਜਹ ਹਮਾਰੇ ਪੀਰ ਤੀਰ ਤੁਹੀਂ ਸਹਿਤੀ ਤੁਹੀਂ ਤਬਰ ਤਲਵਾਰ, ਨਾਮ ਤਿਹਾਰੋ ਜੋ ਜਪੈ ਭਏ ਸਿੰਧ ਪਾਰ। ਪੁਰਾਣੇ ਸਿੰਘ ਇਹ ਬਾਣੀ ਦਾ ਰੋਜ਼ ਨਿਤਨੇਮ ਕਰਿਆ ਕਰਦੇ ਸੀ ਸ਼ਸਤਰਾਂ ਉੱਤੇ ਬੈਠ ਕੇ, ਤੇ ਫਿਰ ਉਹ ਸ਼ਸਤਰਾਂ ਦੇ ਨਾਲ ਜਦੋਂ ਮੈਦਾਨੇ ਜੰਗ ਦੇ ਵਿੱਚ ਜਾਂਦੇ ਸਨ, ਉਹ ਸ਼ਸਤਰ ਉਹਨਾਂ ਦੇ ਸਿੱਧ ਹੁੰਦੇ ਸਨ। ਜਿਹੜਾ ਵੀ ਸ਼ਸਤਰ ਚਲਾਉਂਦੇ, ਉਹ ਸ਼ਸਤਰ ਰੁਕਦਾ ਨਹੀਂ ਸੀ। ਸੋ ਗੁਰੂ ਸਾਹਿਬ ਨੇ ਵਰਣਨ ਕੀਤਾ ਆਪਣੀ ਬਾਣੀ ਵਿੱਚ ਕਿ ਖਾਲਸੇ ਦੀ ਗੋਲੀ ਕਦੀ ਅਵੱਲੀ ਨਹੀਂ ਜਾਏਗੀ, निष्फल नहीं जाएगी। मार बेनाशत वीर के बाज को लागत ही सो करे करनी। आहा वैरी दे घोड़े नूं लग जे, भावें वैरी दे सिपाही नूं लग जे, लगदी जाके टिकाणे ते खाली नहीं सी जांदी, करनी पूरी कर जांदी सी। मुंड फुटे किस ढूंढ फुटे किस अंग कटे अरे सो करनी। जदा मत्था किसे दी छाती तो गोली लंघ गई, किसे दी लत वड्डी, किसे दी बांह वड्डी। को लग और बखान करो हन कै बहु बीर मलेच पहारी। इत्थों तक वर्णन करिए आनंदपुर साहब तो लैके जां कह लो कीरतपुर साहब तो लैके रोपड़ तक 30 किलोमीटर 40 किलोमीटर च लाशां ही लाशां खिलरियां पईयां हन। सिंह शहीद भए सगरे पट पंच बचे तन होए समारी। 500 ਸਿੰਘਾਂ ਦਾ ਜਥਾ ਨਿਕਲਿਆ ਸੀ ਨਾਲ, ਇਹਨਾਂ ਵਿੱਚੋਂ ਸਿਰਫ 35 ਗੁਰੂ ਜੀ ਦੇ ਨਾਲ ਗਏ ਨੇ ਤੇ 5 ਬਾਕੀ ਪਿਛਲੇ ਲੜਨ ਵਾਲਿਆਂ ਚੋਂ ਬਚੇ ਨੇ, ਯਾਨੀ ਸਭ ਸਿੰਘ ਵਾਰੀ ਵਾਰੀ ਸ਼ਹੀਦੀਆਂ ਪਾ ਗਏ। सूरज ज्ञान प्रकाश पयो तम पाज गयो जग पी उजियारी। ਸਵੇਰ ਦਾ ਸਮਾਂ ਹੋ ਗਿਆ, ਦਿਨ ਚੜ ਗਿਆ, ਪ੍ਰਕਾਸ਼ ਹੋ ਗਿਆ, ਸੂਰਜ ਨਿਕਲ ਆਇਆ।
श्रोणत चूवस तो गमने मग खोज पले प्रभ की असवारी। 5 ਸਿੰਘ ਬਚੇ, ਉਹ ਪਿਛਲੇ ਪਿੰਡਾਂ 'ਚ ਲੜਦੇ ਹੋਏ ਬੜੀ ਮੁਸ਼ਕਲ ਨਾਲ ਦੁਸ਼ਮਣ ਦੇ ਘੇਰੇ 'ਚੋਂ ਨਿਕਲ ਕੇ ਗੁਰੂ ਸਾਹਿਬ ਨੂੰ ਲੱਭਦੇ ਲੱਭਦੇ ਚਮਕੌਰ ਪਹੁੰਚੇ ਸਨ। दोहरा कई हजार ने सत्र को मगलर कीन विनाश। ਕਈ ਹਜ਼ਾਰ ਵੈਰੀਆਂ ਨੂੰ ਮਾਰ ਕੇ ਸ਼ਹੀਦ ਹੋ ਗਏ ਉਹ ਸਿੰਘ। आनंदपुर रोपर लगो मरे परे पटरास। ਆਨੰਦਪੁਰ ਤੋਂ ਲੈ ਕੇ ਰੋਪੜ ਤੱਕ ਥਾਂ ਥਾਂ ਦੇ ਘੋੜੇ, ਹਾਥੀ, ਊਠ ਅਤੇ ਬੰਦੇ ਮਰੇ ਪਏ ਹਨ। ਕਿਤੇ ਨਗਾਰੇ ਮੂਧੇ ਪਏ ਹਨ, ਕਿਤੇ ਵੈਰੀਆਂ ਦੇ ਝੰਡੇ ਪੁੱਠੇ ਪਏ ਹਨ। उड़े बिहंगम आद गृद आमख खाए प्रमाहे। ਔਰ ਗਿੱਧਾਂ ਤੇ ਇੱਲਾਂ ਤੇ ਕਾਂ ਮਾਸ ਖਾਣ ਵਾਸਤੇ ਆਕਾਸ਼ ਉੱਡੇ ਫਿਰਦੇ ਹਨ। 20 कोस लग बीच में पल पखी दिख राहे। ਵੀ ਕੋ ਵੱਡੇ ਹੁੰਦੇ ਨਾ, ਜਿਵੇਂ ਅੱਜ ਕੱਲ੍ਹ ਕਿਲੋਮੀਟਰ ਤੋਂ ਵੱਡਾ ਮੀਲ ਤੇ ਮੀਲ ਤੋਂ ਵੱਡਾ ਕੋਹ ਹੁੰਦਾ ਸੀ। 20 ਕੋਹ ਤੱਕ ਕਹਿੰਦੇ ਇੱਲਾਂ ਗਿੱਧਾਂ ਮਾਸ ਖਾਣ ਲਈ ਕੁਰਬਲ ਕੁਰਬਲ ਕਰਦੀਆਂ ਫਿਰਦੀਆਂ। बाजी बीर हजार ही जित कित मरे दिखंत। ਘੋੜੇ ਤੇ ਜਵਾਨ ਊਂਠ ਬਹੁਤ ਮਰੇ ਪਏ ਦਿਸਦੇ ਹਨ। जम्बक कुकर काक खग कंक सुगीद प्रमंत। ਗਿੱਧਾਂ, ਕੁੱਤੇ, ਕਾਂ, ਮਾਸ ਖਾਣ ਵਾਲੇ ਗਿੱਦੜ ਕੂਕਾਂ ਮਾਰਦੇ ਫਿਰਦੇ ਐ। लाखों दल पश्चात गुर मारत मरते आए। ਲੱਖਾਂ ਵੈਰੀ ਦੀਆਂ ਫੌਜਾਂ ਮਹਾਰਾਜ ਦੇ ਪਿੱਛੇ ਮਾਰੋ ਮਾਰ ਕਰਦੀਆਂ ਆ ਰਹੀਆਂ ਨੇ। ਫਿਰ परियो खेत लर पटन को सुपत मनो बहु थाए। ਥਾਂ ਥਾਂ ਤੇ ਵੈਰੀ ਦੀਆਂ ਤੇ ਸਿੰਘਾਂ ਦੀਆਂ ਲਾਸ਼ਾਂ ਇੰਜ ਪਈਆਂ ਯੋਧਿਆਂ ਦੀਆਂ ਜਿਵੇਂ ਸਦਾ ਲਈ ਸੌਂ ਗਏ ਹੋਣ। सिंह सैंकड़े मृत परे तुर्क पहाड़ी बृंद। ਸਿੰਘ ਸੈਂਕੜੇ ਸਿੰਘ ਤੇ ਹਜ਼ਾਰਾਂ ਤੁਰਕ ਮਰੇ ਪਏ ਨੇ। दिवस चढ़े जाने परे पा अगसान बुलंद। ਦਿਨ ਜਿਹੜੇ ਪਤਾ ਲੱਗਾ ਵੀ ਇੰਨਾ ਨੁਕਸਾਨ ਪਹਾੜੀਆਂ ਦਾ ਤੇ ਤੁਰਕਾਂ ਦਾ ਹੋਇਆ, ਰਾਤ ਤਾਂ ਪਤਾ ਹੀ ਨਹੀਂ ਲੱਗਾ, ਆਪਣੀ ਆਪਣੀ ਜਾਨ ਲੈ ਕੇ ਦੌੜੇ ਫਿਰੇ। ਪਰ ਸਵੇਰੇ ਪਤਾ ਲੱਗਾ ਵੀ ਫਲਾਣਾ ਵੀ ਮਰ ਗਿਆ, ਫਲਾਣਾ ਵੀ ਮਰ ਗਿਆ, ਫਲਾਣਾ ਵੀ ਮਰ ਗਿਆ। ਏਦਾਂ ਸਾਧ ਸੰਗਤ ਜੀ ਇਹ ਜੰਗ ਸਰਸਾ ਦੇ ਕਿਨਾਰੇ ਤੋਂ ਲੈ ਕੇ ਜਾਂ ਉਸ ਤੋਂ ਪਿੱਛੇ ਸ਼ਾਹੀ ਟਿੱਬੀ ਤੋਂ ਸ਼ੁਰੂ ਹੋਇਆ, ਰੋਪੜ ਤੱਕ ਜਾਰੀ ਰਿਹਾ। ਦਿਨ ਚੜੇ ਮਹਾਰਾਜ ਇਹਨਾਂ ਦੇ ਘੇਰੇ ਚੋਂ ਨਿਕਲ ਚੁੱਕੇ ਸਨ। ਚਮਕੌਰ ਜਾ ਡੇਰਾ ਕੀਤਾ, ਉਹ ਕਥਾ ਚਮਕੌਰ ਦੇ ਜੰਗ ਦੀ ਆਪਾਂ ਅਗਲੇ ਪ੍ਰਕਰਣਾਂ ਵਿੱਚ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ ਜੀ। ਹੇ ਗੋਬਿੰਦ, ਹੇ ਗੋਪਾਲ, ਹੇ ਦਿਆਲ ਪ੍ਰਾਣਨਾਥ ਅਨਾਥ ਸਖੇ ਦੀਨ ਦਰਦ ਨਿਵਾਰ। ਹੇ ਸਮਰੱਥ ਅਗੰਮ ਪੂਰਨ ਮੋਹਿ ਮਇਆ ਆਂਧ ਕੂਪ ਮਹਾ ਭਿਆਨ। ਨਾਨਕ ਪਾਰਿ ਆਏ ਪ੍ਰਭ ਸਰਨਾਗਤੀ ਕਿਰਪਾ ਨਿਧ ਦਇਆ। ਏਕ ਅਖਰ ਹਰ ਮਨ ਬਸਤ ਨਾਨਕ ਹੋਤ। ਵਾਹਿਗੁਰੂ ਨਾਮ ਜਹਾਜੈ ਚੜੇ ਸੋ ਤਰੇ। ਜੋ ਸ਼ਰਧਾ ਕਰ ਸੇਵ ਦੇ ਗੁਰੂ ਪਾਰਿ ਉਤਾਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ